ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਨਵੇਂ ਮਹਿਮਾਨ ਅਤੇ ਨਵੇਂ ਵਿਸ਼ੇ ਦੇ ਨਾਲ ਤੁਹਾਨੂੰ ਜਾਣੂ ਕਰਵਾਈਏ ਰੂਬਰੂ ਕਰਵਾਈਏ ਔਰ ਜਿੱਥੇ ਤੁਸੀਂ ਆਪਣੇ ਟੀਵੀ ਸੈੱਟ ਉੱਪਰ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਫੇਸਬੁੱਕ ਤੇ ਤੁਸੀਂ ਸਰਚ ਕਰਨਾ ਹੈ ਵਿਜ਼ਨ ਪੰਜਾਬ ਟੀਵੀ ਕੈਨੇਡਾ ਔਰ ਜਦੋਂ ਤੁਸੀਂ ਉਸ ਵਿਜ਼ਨ ਪੰਜਾਬ ਟੀਵੀ ਕੈਨੇਡਾ ਕਰੋਗੇ ਸਰਚ ਤਾਂ ਸਾਰੇ ਦੇ ਸਾਰੇ ਲਿੰਕ ਪ੍ਰੋਗਰਾਮਸ ਸਾਰੇ ਦੇ ਸਾਰੇ ਉੱਥੇ ਮੌਜੂਦ ਹੈ ਔਰ ਕੋਈ ਵੀ ਪ੍ਰੋਗਰਾਮ ਤੁਸੀਂ ਚਾਹੇ ਉਹ ਇੰਡੀਆ ਤੋਂ ਪ੍ਰਸਤੁਤ ਹੋ ਰਿਹਾ ਹੈ ਚਾਹੇ ਕੈਨੇਡਾ ਤੋਂ ਹੋ ਰਿਹਾ ਚਾਹੇ ਸਾਡੇ ਹੋਰ ਵੀ ਜਿਹੜੇ ਸਟੂਡੀਓਜ਼ ਬਣੇ ਆ ਉੱਥੋਂ ਹੋ ਰਿਹਾ ਸਾਰੇ ਦੇ ਸਾਰੇ ਪ੍ਰੋਗਰਾਮ ਉੱਥੇ ਮੌਜੂਦ ਨੇ ਔਰ ਫੀਡਬੈਕ ਦੇਣ ਦੇ ਲਈ ਸਵਾਲ ਕਰਨ ਦੇ ਲਈ ਸੁਝਾਅ ਦੇਣ ਦੇ ਲਈ ਨੰਬਰ ਤੁਸੀਂ ਨੋਟ ਕਰੋ 905 790 9099 ਸਕਰੀਨ ਦੇ ਉੱਪਰ ਵੀ ਫਲੈਸ਼ ਹੋ ਰਿਹਾ 905 790 9099। ਸੋ ਅੱਜ ਅਸੀਂ ਉਸ ਦੇਸ਼ ਦੀ ਗੱਲ ਕਰਦੇ ਹਾਂ ਜਿੱਥੋਂ ਅਸੀਂ ਸਾਰੇ ਆਏ ਹਾਂ ਮੈਂ ਕਿਉਂਕਿ ਅਸੀਂ ਭਾਰਤ ਦੀ ਜਿੰਨੇ ਵੀ ਸਟੇਟਸ ਹੈ ਚਾਹੇ ਉਹ ਗੁਜਰਾਤ ਹੈ ਪੰਜਾਬ ਹੈ ਮਹਾਰਾਸ਼ਟਰ ਹੈ ਮੱਧ ਪ੍ਰਦੇਸ਼ ਹੈ ਜਿੱਥੋਂ ਵੀ ਅਸੀਂ ਉੱਠ ਕੇ ਇੱਥੇ ਆਏ ਹਾਂ ਆਪਣਾ ਡਾਇਸਪੋਰਾ ਜਿਹੜਾ ਪ੍ਰਵਾਸ ਹੈ ਉਹ ਇੱਥੇ ਹੰਢਾ ਰਹੇ ਹਾਂ ਔਰ ਇੰਨੀ ਵਧੀਆ ਸਾਨੂੰ ਸਹੂਲਤ ਇਸ ਕੰਟਰੀ ਨੇ ਦਿੱਤੀ ਹੈ ਪਰ ਕਹਿੰਦੇ ਹੁੰਦੇ ਆ ਕਿ ਵੀ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ। ਸੋ ਕਹਿਣ ਦਾ ਭਾਵ ਇਹ ਆ ਕਿ ਵੀ ਅੱਜ ਅਸੀਂ ਉਸ ਮੁਲਕ ਦੀ ਉਸ ਦੇਸ਼ ਦੀ ਚਰਚਾ ਕਰਨ ਜਾ ਰਹੇ ਹਾਂ ਜਿੱਥੋਂ ਅਸੀਂ ਆਪਣੀ ਜਿਹਨੂੰ ਅਸੀਂ ਜਨਮ ਭੂਮੀ ਕਹਿੰਦੇ ਬੇਸ਼ੱਕ ਕੈਨੇਡਾ ਨੂੰ ਅਸੀਂ ਆਪਣੀ ਕਰਮ ਭੂਮੀ ਬਣਾਇਆ ਹੋਇਆ ਪਰ ਬਹੁਤੀਆਂ ਗੱਲਾਂ ਦੇ ਵਿੱਚ ਅਸੀਂ ਕਈ ਵਾਰੀ ਭੰਡ ਵੀ ਜਾਂਦੇ ਹਾਂ ਕਿ ਵੀ ਉੱਥੇ ਇਹ ਨਹੀਂ ਹੈ ਉਹ ਨਹੀਂ ਹੈ ਸਿਸਟਮ ਦੀ ਗੱਲ ਹੈ ਬਹੁਤ ਕੁਛ ਇਸ ਤਰ੍ਹਾਂ ਦਾ ਹੈ ਲੇਕਿਨ ਅੱਜ ਅਸੀਂ ਆਪਣੇ ਦੇਸ਼ ਦੀ ਉਹ ਜਿਹੜੀਆਂ ਵਡਿਆਈਆਂ ਨੇ ਉਹ ਗੱਲਾਂ ਕਰਾਂਗੇ ਜਿਹਦੇ ਕਰਕੇ ਅੱਜ ਅਸੀਂ ਇਸ ਮੁਲਕ ਦੇ ਵਿੱਚ ਬੜੇ ਸੋਹਣੇ ਔਰ ਸੁਚੱਜੇ ਢੰਗ ਨਾਲ ਜਿਹੜੀ ਜ਼ਿੰਦਗੀ ਬਸਰ ਕਰ ਰਹੇ ਹਾਂ। ਸੋ ਮੇਰੀ ਮੁਰਾਦ ਹੈ ਕਿ 15 ਅਗਸਤ ਹੈ ਜਿਹੜਾ ਉਹ ਬਹੁਤ ਨਜ਼ਦੀਕ ਆ ਰਿਹਾ ਔਰ ਜੇ ਗੱਲ ਕਰੀਏ ਕੈਨੇਡਾ ਵਾਈਡ ਟੋਰਾਂਟੋ ਦੇ ਵਿੱਚ ਇੱਕ ਪੈਨੋਰਾਮਾ ਨਾਮ ਦਾ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਔਰ ਬਹੁਤ ਲੰਬੇ ਸਮੇਂ ਤੋਂ ਕੁਝ ਸਾਲਾਂ ਤੋਂ ਜਿਹੜਾ ਇਹ ਪ੍ਰੋਗਰਾਮ ਬੜੇ ਹੁਮ-ਹੁਮਾ ਤਰੀਕੇ ਦੇ ਨਾਲ ਇਸ ਨੂੰ ਜਿਹੜੀ ਨਿਪਰੇ ਚੜਾਇਆ ਜਾਂਦਾ ਬਹੁਤ ਸਾਰੇ ਵੱਡੇ ਜਿਹੜੇ ਕਲਾਕਾਰ ਹੈ ਜਿਹਨੂੰ ਅਸੀਂ ਬਾਲੀਵੁੱਡ ਦੇ ਕਲਾਕਾਰ ਕਹਿ ਲਈਏ ਜਾਂ ਹੋਰ ਇਸ ਤਰ੍ਹਾਂ ਦੇ ਕਲਾਕਾਰ ਹੈ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਉਹ ਇੱਥੇ ਸ਼ਿਰਕਤ ਕਰਦੇ ਆ ਲੇਕਿਨ ਜੋ ਸਮਾਂ ਅੱਜ ਚੱਲ ਰਿਹਾ ਉਹ ਇਹ ਹੈ ਕਿ ਵੀ ਮਹਾਮਾਰੀ ਦਾ ਦੌਰ ਕਰੋਨਾ ਮਹਾਮਾਰੀ ਦੇ ਦੌਰ 'ਚੋਂ ਅਸੀਂ ਲੰਘ ਰਹੇ ਹਾਂ ਪਰ ਇਸ ਵਾਰੀ ਜਿਹੜਾ ਪੈਨੋਰਾਮਾ ਦਾ ਇਸ ਵਾਰੀ ਜੋ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਉਹ ਵਰਚੁਅਲ ਹੋਊਗਾ ਲੇਕਿਨ ਉਹ ਵਰਚੁਅਲ ਕਿਵੇਂ ਹੋਊਗਾ ਅੱਗੇ ਜਿਹੜੇ ਕਲਾਕਾਰ ਆਉਂਦੇ ਸੀ ਉਹ ਬਿਲਕੁਲ ਫਿਜ਼ੀਕਲੀ ਤੁਹਾਡੇ ਰੂਬਰੂ ਹੋ ਕੇ ਗੱਲਬਾਤ ਕਰਦੇ ਸੀ ਤੁਹਾਡੇ ਨਾਲ ਪਰਫਾਰਮੈਂਸ ਤੁਹਾਡੇ ਨਾਲ ਫੋਟੋ ਖਿਚਵਾਉਣਾ ਪਰਫਾਰਮੈਂਸ ਦਿੰਦੇ ਸੀ ਪਰ ਵਰਚੁਅਲੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਹ ਲਿਖਿਆ ਜਾਏਗਾ ਕਿਸ ਤਰ੍ਹਾਂ ਦੀ ਪਰੇਡ ਹੋਏਗੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਝਾਕੀਆਂ ਕੱਢੀਆਂ ਜਾਂਦੀਆਂ ਹੋਣਗੀਆਂ ਉਹਦੇ ਬਾਰੇ ਅੱਜ ਅਸੀਂ ਚਰਚਾ ਕਰਾਂਗੇ। 15 ਅਗਸਤ ਦੇ ਉਪਲਕਸ਼ ਪੈਨੋਰਾਮਾ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਸੰਬੰਧਤ ਜਿਹੜੀ ਅੱਜ ਦੀ ਚਰਚਾ ਹੋ ਰਹੀ ਹੈ ਕੋਈ ਪ੍ਰੋਗਰਾਮ ਦੇ ਸੰਬੰਧਤ ਤੁਸੀਂ ਜਾਣਕਾਰੀ ਲੈਣੀ ਹੋਈ ਤਾਂ 905 790 9099 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਆ। ਸੋ ਜਾਣਕਾਰੀ ਦੇਣ ਦੇ ਲਈ ਅੱਜ ਸਾਡੇ ਕੋਲੇ ਦੋ ਗੈਸਟ ਆਏ ਆ ਪਹਿਲੇ ਹਾਫ ਦੇ ਵਿੱਚ ਸੰਜੇ ਮੱਕੜ ਜੀ ਔਰ ਦੂਜੇ ਹਾਫ ਦੇ ਵਿੱਚ ਜਨਕ ਭਵਨਾਨੀ ਜੀ ਸਾਡੇ ਨਾਲ ਸ਼ਿਰਕਤ ਕਰਨਗੇ। ਸੋ ਆਓ ਸੰਜੇ ਮੱਕੜ ਜੀ ਦਾ ਸਵਾਗਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਰਮਨ ਜੀ ਬਹੁਤ ਧੰਨਵਾਦ ਬੁਲਾਉਣ ਦਾ ਸਾਨੂੰ ਆਪਣਾ ਸਮਾਂ ਦੇਣ ਦਾ ਔਰ ਸਾਰੇ ਵਿਜ਼ਨ ਟੀਵੀ ਪੰਜਾਬ ਦੇ ਜਿਹੜੇ ਵੀ ਤੁਹਾਡੇ ਸ਼ੋਅ 'ਤੇ ਜੋ ਵਾਚ ਕਰਦੇ ਹੈਗੇ ਉਹਨਾਂ ਨੂੰ ਵੀ ਸਾਰਾ ਬਹੁਤ ਨਮਸਕਾਰ ਜੀ ਸਰ। ਇੱਕ ਤਾਂ ਸੰਜੇ ਜੀ ਜਿਵੇਂ ਕਿ ਦੱਸਿਆ ਕਿ ਵੀ ਪਹਿਲਾਂ ਪੈਨੋਰਾਮਾ ਜਿਹੜਾ ਹੁੰਦਾ ਸੀ ਉਹ ਵਰਚੁਅਲੀ ਨਹੀਂ ਹੁੰਦਾ ਸੀ ਫਿਜ਼ੀਕਲੀ ਹੁੰਦਾ ਸੀ ਅਸੀਂ ਕਲਾਕਾਰਾਂ ਨੂੰ ਝਾਕੀਆਂ ਨੂੰ ਸਾਰੀਆਂ ਚੀਜ਼ਾਂ ਨੂੰ ਦੇਖ ਸਕਦੇ ਸੀ ਲੇਕਿਨ ਜੋ ਅੱਜ ਅਸੀਂ ਦੌਰ 'ਚ ਲੰਘ ਰਹੇ ਹਾਂ ਸ਼ਾਇਦ ਉਹ ਸੰਭਵ ਨਹੀਂ ਹੈ ਪਰ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਲੜੀ ਸਾਰੀ ਸ਼ੁਰੂ ਕਰੀਏ ਪਹਿਲਾਂ ਮੈਂ ਬੇਸਿਕ ਜਿਹੜੀਆਂ ਗੱਲਾਂ ਪੈਨੋਰਾਮਾ ਦੇ ਬਾਰੇ ਤੁਹਾਡੀ ਸੰਸਥਾ ਦੇ ਬਾਰੇ ਉਹ ਜਾਣਨਾ ਚਾਹਣਾ ਸੰਜੇ ਜੀ ਕਿ ਤੁਸੀਂ ਇਸ ਸੰਸਥਾ ਦੇ ਨਾਲ ਕਿਵੇਂ ਜੁੜੇ ਹੋਏ ਹੋ ਔਰ ਪੈਨੋਰਾਮਾ ਜਿਹੜਾ ਕਿੰਨੇ ਸਾਲ ਤੋਂ ਚੱਲਦਾ ਆ ਰਿਹਾ ਤੇ ਇਹਦਾ ਮੇਨ ਜੋ ਮਕਸਦ ਹੁੰਦਾ ਉਹ ਕੀ ਹੁੰਦਾ ਦਰਸ਼ਕਾਂ ਨੂੰ ਜ਼ਰੂਰ ਬੇਸਿਕ ਗੱਲਾਂ ਦੱਸੋ ਜੀ। ਬਿਲਕੁਲ ਤੇ ਪੈਨੋਰਾਮਾ ਨੂੰ ਸਾਨੂੰ ਹੁਣ ਤਕਰੀਬਨ 31 ਸਾਲ ਹੋ ਗਏ ਸਟਾਰਟ ਕੀਤੇ ਹੋਏ ਇੱਥੇ। ਪੈਨੋਰਾਮਾ ਦਾ ਜਿਹੜਾ ਇੱਕ ਤੁਸੀਂ ਕਹਿ ਲਓ ਜਿਵੇਂ ਵਿਜ਼ਨ ਟੀਵੀ ਤੁਹਾਡਾ ਹੈਗਾ ਵਿਜ਼ਨ ਜਿਹੜਾ ਹੈਗਾ ਸੀ ਉਹਦੀ ਸ਼ੁਰੂਆਤ ਹੋਈ ਸੀ ਆਪਣਾ ਕਾਉਂਸਲ ਜਨਰਲ ਆਫ ਇੰਡੀਆ ਤੋਂ ਜੀ। ਸੋ ਸਾਡੇ ਇੱਕ ਤਰ੍ਹਾਂ ਇੰਡੀਆ ਦੇ ਰਿਪਰੈਜ਼ੈਂਟੇਟਿਵ ਕੈਨੇਡਾ ਦੇ ਅੰਦਰ ਕਾਉਂਸਲ ਜਨਰਲ ਤੇ ਹਾਈ ਕਮਿਸ਼ਨ ਹੁੰਦੇ ਨੇ ਜੀ ਤੇ ਇੱਥੇ
ਛੋਟੀ ਛੋਟੀ ਆਪਣੀ ਇੰਡੀਆ ਦੀ ਸਟੇਟ ਦੀ ਵੱਖ-ਵੱਖ ਆਰਗੇਨਾਈਜੇਸ਼ਨ ਹੈਗੀਆਂ, ਜਿਵੇਂ ਪੰਜਾਬ ਦੀ ਔਰ ਮਹਾਰਾਸ਼ਟਰੀ, ਗੁਜਰਾਤ ਦੀ, ਕੇਰਲਾ ਦੀ, ਅਲੱਗ-ਅਲੱਗ ਵੱਖ-ਵੱਖ ਕਿਸਮ ਦੀ। ਸੋ 30-31 ਸਾਲ ਪਹਿਲੇ ਆਫ ਕੋਰਸ ਕਮਿਊਨਿਟੀ ਕਾਫੀ ਛੋਟੀ ਹੈਗੀ ਸੀ ਜੀ, ਲੇਕਿਨ ਹਰ ਕਿਸੇ ਦੀ ਕੋਸ਼ਿਸ਼ ਇਹ ਹੁੰਦੀ ਸੀ ਕਿ ਜਿਵੇਂ ਸਾਡੀ ਮਾਤਰ ਭੂਮੀ ਜਿੱਥੋਂ ਅਸੀਂ ਆਏ ਹਾਂ ਉਹਦੇ ਨਾਲ ਅਸੀਂ ਕਿਸ ਤਰ੍ਹਾਂ ਜੁੜੇ ਰਹੀਏ ਜੀ, ਬਿਲਕੁਲ। ਔਰ ਉਹਦੇ ਕੁਝ ਤਰੀਕੇ ਇਹ ਹੁੰਦੇ ਸੀ ਕਿ ਅਸੀਂ ਆਪਣੇ ਕਲਚਰ ਨੂੰ, ਆਪਣੇ ਆਰਟ ਨੂੰ, ਜਿਹੜੇ ਆਪਣੇ ਖਾਣ ਪੀਣ ਦੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਨਾਲ ਲੈ ਕੇ ਚੱਲੀਏ, ਬਿਕੋਜ਼ ਉਹੀਓ ਸਾਡਾ ਇੱਕ ਤਰ੍ਹਾਂ ਦਾ ਉਹ ਕਹਿੰਦੇ ਨਾ ਰੂਟ ਹੈਗਾ, ਸਾਡਾ ਫੰਡਾਮੈਂਟਲ ਹੈਗਾ, ਸਾਡਾ ਬੇਸ, ਸਾਡਾ ਸੱਭਿਆਚਾਰ ਹੈ। ਉਹਨੂੰ ਕੰਟੀਨਿਊ ਕਰਨ ਵਾਸਤੇ ਔਰ ਅੱਗੇ ਦੀ ਜਨਰੇਸ਼ਨ ਨੂੰ ਕੰਟੀਨਿਊ ਕਰਨ ਵਾਸਤੇ ਅਸੀਂ ਇੱਕ ਤਰ੍ਹਾਂ ਛੋਟੀ ਛੋਟੀ ਕਮਿਊਨਿਟੀ ਆਰਗੇਨਾਈਜੇਸ਼ਨ ਬਣਾਈਆਂ ਹੋਈਆਂ ਸੀ। ਸੋ ਕੌਂਸਲ ਜਨਰਲ ਜਿਹੜੇ ਉਸ ਟਾਈਮ ਤੇ ਉਹਨਾਂ ਨੇ ਇੱਕ ਵਿਜ਼ਨ ਦੇਖਿਆ, ਉਹ ਕਹਿੰਦੇ ਸੀ ਕਿ ਬਈ ਛੋਟੀ ਛੋਟੀ ਆਰਗੇਨਾਈਜੇਸ਼ਨ ਵੱਖ-ਵੱਖ ਜਗ੍ਹਾ ਤੇ ਫੈਲੀਆਂ ਹੋਈਆਂ, ਛੋਟੇ ਛੋਟੇ ਪ੍ਰੋਗਰਾਮ ਕਰਦੀਆਂ ਹਨ, ਤੇ ਉਹਦੇ ਚ ਦੋ ਜਿਹੜੇ ਪ੍ਰੋਗਰਾਮ ਹੁੰਦੇ ਸੀ ਉਹ ਸਾਡੇ ਭਾਰਤ ਵਾਸਤੇ ਬਹੁਤ ਇੰਪੋਰਟੈਂਟ ਰਹੇ ਹਿਸਟੋਰੀਕਲੀ। ਇੱਕ ਤੇ ਸਾਡੀ ਜਿਹੜੀ ਭਾਰਤ ਦੀ ਆਜ਼ਾਦੀ ਰਿਪਬਲਿਕ ਡੇ ਸੈਲੀਬ੍ਰੇਸ਼ਨ ਜਿਹੜਾ ਹੁੰਦਾ ਸੀ 26 ਜਨਵਰੀ ਦਾ, ਔਰ ਦੂਸਰਾ ਸਭ ਤੋਂ ਵੱਡਾ ਸਾਡੀ ਜਿਹੜੀ ਇੰਡੀਪੈਂਡੈਂਸ 15 ਅਗਸਤ ਦੀ ਸੀ। ਸੋ ਇੱਕ ਤੇ ਚੈਲੰਜ ਕੌਂਸਲ ਜਨਰਲ ਨੂੰ ਇਹ ਆਉਂਦਾ ਸੀ ਕਿ ਬਈ ਸਾਰੇ ਸੈਲੀਬ੍ਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਬਟ ਇਕੱਲਾ ਕੌਂਸਲ ਜਨਰਲ ਸੇਮ ਡੇ ਤੇ ਕਿੱਥੇ ਕਿੱਥੇ ਪਹੁੰਚੇ। ਬਿਲਕੁਲ ਠੀਕ, ਰਾਈਟ। ਦੂਸਰੀ ਜਿਹੜੀ ਥਾਟ ਜਿਹੜੀ ਉਹਨਾਂ ਦੇ ਉਹਦੇ ਚ ਆਈ ਕਿ ਬਈ ਕਿਉਂ ਨਾ ਸਾਰਿਆਂ ਆਰਗੇਨਾਈਜੇਸ਼ਨ ਨੂੰ, ਵੱਖ-ਵੱਖ ਆਰਗੇਨਾਈਜੇਸ਼ਨ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਇਹਨੂੰ ਅਸੀਂ ਸੈਲੀਬ੍ਰੇਟ ਕਰੀ ਤਾਂ ਅਸੀਂ ਵੱਡੇ ਲੈਵਲ ਤੇ ਸ਼ੋਕੇਸ ਕਰ ਸਕੀਏ ਜੀ। ਸੋ ਦਿਸ ਸਾਰਾ ਦਾ ਸਾਰਾ ਜਿਹੜੀ ਆਈਡੀਆ ਜਿਹੜਾ ਆਇਆ ਕਿ ਉਸ ਵਜ੍ਹਾ ਨਾਲ ਆਇਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਇਕੱਠਾ ਕੀਤਾ ਜਾਏ। ਸੋ ਪੈਨੋਰਾਮਾ ਇੰਡੀਆ ਦਾ ਇੱਕ ਤਰ੍ਹਾਂ ਤੁਸੀਂ ਕਹ ਲਓ ਜਨਮ ਇਸ ਵਜ੍ਹਾ ਨਾਲ ਹੋਇਆ ਕਿ ਇਸ ਸਾਰੀ ਆਰਗੇਨਾਈਜੇਸ਼ਨ ਨੂੰ ਇਕੱਠਾ ਕਰਕੇ ਇੱਕ ਅੰਬਰੇਲਾ ਦੇ ਅੰਦਰ ਲਿਆ ਕੇ ਇਹ ਦੋ ਜੋ ਮੇਨ ਡੇ ਹੈਗੇ ਹਿੰਦੁਸਤਾਨ ਦੇ ਜਾਂ ਸਾਡੇ ਭਾਰਤ ਦੇ ਸੈਲੀਬ੍ਰੇਸ਼ਨ ਵਾਸਤੇ, ਉਹ ਅਸੀਂ ਇੱਕ ਜਗ੍ਹਾ ਸੈਲੀਬ੍ਰੇਟ ਕਰੀਏ। ਸੋ ਇਸ ਤਰ੍ਹਾਂ ਪੈਨੋਰਾਮਾ ਦਾ ਐਕਚੁਅਲੀ ਯੂ ਕੈਨ ਕਹਿ ਸਕਦੇ ਹਾਂ ਕਿ ਜਨਮ ਹੋਇਆ। ਤੇ ਇਹਦਾ ਮੇਜਰ ਫੋਕਸ ਇੱਕ ਤਰ੍ਹਾਂ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈਗੀ, ਅਸੀਂ ਸਾਰੇ ਵੋਲੰਟੀਅਰ ਹੈਗਾ, ਮੈਂ ਕੋ-ਚੇਅਰ ਹੈਗਾ ਪੈਨੋਰਾਮਾ ਇੰਡੀਆ ਦਾ, ਸਪਾਂਸਰਸ਼ਿਪਸ ਐਂਡ ਅਦਰ ਇਨੀਸ਼ੀਏਟਿਵ ਫਾਈਨੈਂਸ ਵਾਸਤੇ। ਤੇ ਸਾਡਾ ਸਾਰੇ ਆਪਣੇ ਸਾਡੇ ਆਪਣੇ ਡੇ ਜੌਬਸ ਹੈਗੇ ਨੇ, ਲੇਕਿਨ ਜਸਟ ਸਾਡਾ ਤੁਸੀਂ ਕਹਿ ਲਓ ਕਿ ਪਿਆਰ ਆਪਣੇ ਦੇਸ਼ ਦੇ ਨਾਲ, ਪੈਸ਼ਨ ਔਰ ਆਫ ਕੋਰਸ ਆਪਣੇ ਸੱਭਿਆਚਾਰ ਨੂੰ ਅਲਾਈਵ ਕਰਨ ਵਾਸਤੇ ਅਸੀਂ ਇਹ ਕੋਸ਼ਿਸ਼ ਕਰਦੇ ਰਹਿੰਦੇ, ਉਹਨੂੰ ਪ੍ਰਮੋਟ ਕਰਨ ਲਈ, ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ, ਆਪਣੇ ਦੇਸ਼ ਨੂੰ, ਕਿਉਂਕਿ ਸਾਡੀ ਜਨਮ ਭੂਮੀ ਹੈ। ਬੇਸ਼ੱਕ ਮੈਂ ਪਹਿਲਾਂ ਦੱਸਿਆ ਕਿ ਕਰਮ ਭੂਮੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਚੱਲ ਰਹੇ ਹਾਂ, ਲੇਕਿਨ ਸਾਨੂੰ ਆਪਣੀਆਂ ਰੂਟਸ, ਆਪਣੀਆਂ ਜੜ੍ਹਾਂ ਨਹੀਂ ਕਦੇ ਭੁੱਲਣੀਆਂ ਚਾਹੀਦੀਆਂ। ਹੋ ਸਕਦਾ ਕਿ ਕੁਝ ਪੋਲਿਟਿਕਸ ਕਰਕੇ ਜਾਂ ਕੁਝ ਸਿਸਟਮ ਕਰਕੇ ਅਸੀਂ ਜ਼ਰੂਰ ਨਾਰਾਜ਼ ਹੋਈਏ, ਲੇਕਿਨ ਜੋ ਸਾਡੀਆਂ ਸੱਭਿਅਤਾਵਾਂ ਨੇ, ਸਾਡੇ ਸੱਭਿਆਚਾਰ ਦੇ ਵਿੱਚ ਜੋ ਚੀਜ਼ਾਂ ਭਰੀਆਂ ਹੋਈਆਂ ਉਹਨਾਂ ਨੂੰ ਅਸੀਂ ਕਦੇ ਤਿਆਗ ਨਹੀਂ ਸਕਦੇ। ਸ਼ਾਇਦ ਉਸੇ ਕਰਕੇ ਹੀ ਪੈਨੋਰਾਮਾ ਐਸੀ ਵਾਸਤੇ ਇਸ ਨੂੰ ਬਣਾਇਆ ਗਿਆ ਸੀ। ਸੋ ਪੈਨੋਰਾਮਾ ਮੇਨਲੀ ਆਈ ਹੈ ਕਿ ਸਾਰੀ ਵੱਖ-ਵੱਖ ਅਲੱਗ-ਅਲੱਗ ਭਾਰਤ ਦੀ ਆਰਗੇਨਾਈਜੇਸ਼ਨ ਨੂੰ, ਕਮਿਊਨਿਟੀ ਆਰਗੇਨਾਈਜੇਸ਼ਨ ਨੂੰ ਇਕੱਠਾ ਕਰਕੇ ਇਹ ਸੈਲੀਬ੍ਰੇਸ਼ਨ ਅਸੀਂ ਇਕੱਠਾ ਲੈ ਕੇ ਆਉਂਦੇ ਜੀ। ਇਸ ਤੋਂ ਪਹਿਲਾਂ ਕਿ ਆਪਾਂ ਇਸ ਪ੍ਰੋਗਰਾਮ ਨੂੰ ਜਿਹੜਾ ਕਿ ਵਿਰਚੁਅਲੀ ਜਿਹੜਾ ਪੈਨੋਰਾਮਾ ਇਸ ਵਾਰ ਹੋ ਰਿਹਾ, ਮੈਂ ਉਹਦੇ ਬਾਰੇ ਚਰਚਾ ਕਰਾਂ। ਮੈਂ ਇਹ ਜਾਣਨਾ ਚਾਹਣਾ ਕਿ 31 ਸਾਲ ਤੋਂ ਤੁਸੀਂ ਕਹਿ ਰਹੇ ਹੋ ਕਿ ਇਸ ਕੈਨੇਡਾ ਦੀ ਧਰਤੀ ਤੇ ਤੁਸੀਂ ਪੈਨੋਰਾਮਾ ਕਰ ਰਹੇ ਹੋ ਜੀ। ਸੋ 31 ਸਾਲ ਤੋਂ ਜਦੋਂ ਅੱਜ ਦੀ ਡੇਟ ਤੱਕ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜੇ ਸਾਡੇ ਲੋਕਾਂ ਦਾ? ਯਾ ਐਕਚੁਅਲੀ ਬਹੁਤ ਅੱਛਾ ਤੁਹਾਡਾ ਸਵਾਲ ਹੈਗਾ, ਬਿਕੋਜ਼ ਇਹ ਚੀਜ਼ਾਂ ਤੁਹਾਨੂੰ ਲੱਗਦਾ ਹੈ ਕਿ ਵਕਤ ਦੇ ਨਾਲ ਇੱਕ ਤਰ੍ਹਾਂ ਉਹ ਇੱਕ ਪੌਦਾ ਹੈਗਾ, ਰਾਈਟ, ਤੁਸੀਂ ਬੀਜ ਪਾਇਆ, ਉਹ ਪੌਦੇ ਨੂੰ ਪੇੜ ਬਣਨ ਵਿੱਚ ਟਾਈਮ ਲੱਗਦਾ, ਰਾਈਟ। ਸੋ ਸਾਨੂੰ ਵੀ ਲੱਗਿਆ, ਲੇਕਿਨ ਮੈਂ ਇਹ ਕਹਿ ਸਕਦਾ ਕਿ ਪ੍ਰਾਊਡਫੁਲੀ ਕਹਿ ਸਕਦਾ ਕਿ ਜਿੱਥੇ ਪੈਨੋਰਾਮਾ ਇੰਡੀਆ ਪਹੁੰਚ ਗਿਆ, ਅਗਰ ਅਸੀਂ ਪਿਛਲੇ ਸਾਲ ਦਾ ਐਗਜ਼ਾਮਪਲ ਲਈਏ, ਸੋ 15 ਅਗਸਤ ਦਾ ਜਿਹੜਾ ਸੈਲੀਬ੍ਰੇਸ਼ਨ ਹੈ, ਆਈ ਥਿੰਕ ਕਿ ਨਾਰਥ ਅਮਰੀਕਾ ਦੇ ਅੰਦਰ ਸਾਡਾ ਜਾਂ ਤੇ ਨੰਬਰ 1 ਜਾਂ ਨੰਬਰ 2 ਲਾਰਜੈਸਟ ਸੈਲੀਬ੍ਰੇਸ਼ਨ ਹੋ ਗਿਆ ਨਿਊਯਾਰਕ ਤੋਂ ਬਾਅਦ। ਅੱਛਾ, ਹਾਂ। ਸੋ ਨਿਊਯਾਰਕ ਨੂੰ ਅਸੀਂ ਲਾਸਟ ਈਅਰ ਮੈਂ ਕਹਿ ਸਕਦਾ ਕਿ ਅਸੀਂ ਚੈਲੰਜ ਕੀਤਾ ਸੀ ਕਿ ਨਿਊਯਾਰਕ ਹੁਣ ਇੱਕ ਤਰ੍ਹਾਂ ਡਿਵਾਈਡ ਹੋ ਗਿਆ, ਇੱਕ ਨਿਊ ਜਰਸੀ ਤੇ ਨਿਊਯਾਰਕ ਦੇ ਅੰਦਰ। ਜਦੋਂ ਉਹ ਡਿਵਾਈਡ ਹੋਏ ਤਾਂ ਸਾਡਾ ਸੈਲੀਬ੍ਰੇਸ਼ਨ ਜਿਹੜਾ 15 ਅਗਸਤ ਦਾ ਨੈਥਨ ਫਿਲਿਪਸ ਕੇਰਚ ਜੀ, ਇਹ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੋ ਗਿਆ, ਜਿੱਥੇ ਆਲਮੋਸਟ ਲਾਸਟ ਈਅਰ ਅਸੀਂ
ਤਕਰੀਬਨ 85,000 ਤੋਂ ਲੱਖ ਬੰਦੇ ਇੱਕ ਦਿਨ ਦੇ ਅੰਦਰ ਆਏ ਸੀ। ਮਤਲਬ 1 ਲੱਖ ਦੇ ਕਰੀਬ ਜਿਹੜੇ ਆ ਸਾਡੇ ਲੋਕ ਉੱਥੇ ਹੁਮਾ ਕੇ ਪਹੁੰਚੇ। ਪਰ ਇਸ ਚੀਜ਼ ਤੋਂ ਬੜਾ ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਜੇ ਕਹੀਏ ਕਿ ਅੰਦਾਜ਼ਾ ਲੱਗਦਾ ਹੈ ਕਿ ਆਪਣੀ ਕੰਟਰੀ ਲਈ ਜਿਹੜਾ ਉਹ ਪਿਆਰ ਹੈ ਉਹ ਹਲੇ ਤੱਕ ਮਰਿਆ ਨਹੀਂ ਹੈ, ਜਿਉਂਦਾ ਹੈ, ਉਹ ਵੱਧਦਾ ਹੀ ਜਾ ਰਿਹਾ ਹੈ, ਉਹ ਵੱਧਦਾ ਹੀ ਜਾ ਰਿਹਾ। ਉਹਦਾ ਕਾਰਨ ਮੈਂ ਇਹ ਸਮਝਦਾ, ਤੁਸੀਂ ਵੀ ਉਹਦਾ ਓਪੀਨੀਅਨ ਦੱਸਿਓ। ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਕਿਸੇ ਚੀਜ਼ ਤੋਂ ਪਾਸੇ ਹੋ ਜਾਂਦੇ ਆ ਤਾਂ ਉਹਦੇ ਵਿੱਚ ਜਿਹੜੀ ਖਿੱਚ ਹੈ, ਜਿਹੜੀ ਗ੍ਰੈਵਿਟੀ ਦੀ ਖਿੱਚ ਹੈ, ਉਹ ਹੋਰ ਵੱਧ ਜਾਂਦੀ ਹੈ। ਤੁਹਾਡਾ ਕੀ ਓਪੀਨੀਅਨ ਹੈ? ਬਿਲਕੁਲ ਠੀਕ ਹੈ। ਜਿੰਨਾ ਅਸੀਂ ਦੂਰ ਹੁੰਦੇ ਆ ਨਾ, ਉਨਾ ਅਸੀਂ ਉਨ ਚੀਜ਼ਾਂ ਨੂੰ ਅਪਰੀਸ਼ੀਏਟ ਕਰਨੇ ਆ। ਔਰ ਤੁਸੀਂ ਹੁਣ ਮਹਾਮਾਰੀ ਦੀ ਗੱਲ ਕੀਤੀ, ਅਗਰ ਹੁਣ ਤੁਸੀਂ ਕਲੋਜ਼ਲੀ ਦੇਖੋ ਜੀ, ਇਸ ਮਹਾਮਾਰੀ ਦੀ ਵਜ੍ਹਾ ਨਾਲ ਅਸੀਂ ਕਿੰਨੀ ਹੋਰ ਚੀਜ਼ਾਂ ਐਪਰੀਸ਼ੀਏਟ ਹੁਣ ਕਰ ਰਹੇ ਹਾਂ ਲਾਈਫ ਦੇ ਅੰਦਰ, ਜਿਨ੍ਹਾਂ ਨੂੰ ਅਸੀਂ ਵੈਲਿਊ ਨਹੀਂ ਦਿੱਤੀ। ਪਹਿਲਾਂ ਕਰੋਨਾ ਤੋਂ ਪਹਿਲਾਂ ਸਾਨੂੰ ਕੁਝ ਨਹੀਂ ਸੀ ਉਹਨਾਂ ਚੀਜ਼ਾਂ ਦਾ, ਹੁਣ ਕਰੋਨਾ ਮਹਾਮਾਰੀ ਦੇ ਕਰਕੇ ਅਸੀਂ ਉਹਨਾਂ ਚੀਜ਼ਾਂ ਦੀ ਵੈਲਿਊ ਬਹੁਤ ਜ਼ਿਆਦਾ ਪਾ ਰਹੇ ਹਾਂ। ਪਰ ਦੇਖੋ ਹਰੇਕ ਚੀਜ਼ ਵਰਚੁਅਲੀ ਹੁੰਦੀ ਜਾ ਰਹੀ ਹੈ, ਸੋ ਸਮਾਂ ਇਹ ਨਾ ਜਾਵੇ ਕਿਤੇ ਵਿਆਹ ਵੀ ਕਿਤੇ ਵਰਚੁਅਲੀ। ਸੋ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ ਇਸ ਵਾਰੀ ਜੋ ਵਰਚੁਅਲੀ ਕਰਨ ਜਾ ਰਹੇ ਆ ਇਵੈਂਟ ਜਿਹੜਾ ਪੈਨੋਰਾਮਾ, ਤਾਂ ਉਹ ਕਿਸ ਤਰ੍ਹਾਂ ਤੁਸੀਂ ਆਰਗੇਨਾਈਜ਼ ਕੀਤਾ, ਜਿਹੜੇ ਤਰੀਕੇ ਦੇ ਨਾਲ 1 ਲੱਖ ਦੇ ਕਰੀਬ ਸਾਡਾ ਭਾਰਤੀ ਜਨ ਸਮੂਹ ਇਕੱਠਾ ਹੁੰਦਾ ਹੈ, ਤਾਂ ਇਸ ਵਾਰੀ ਤੁਹਾਨੂੰ ਕੀ ਲੱਗਦਾ ਵਰਚੁਅਲੀ ਉਸ ਤਰ੍ਹਾਂ ਇਕੱਠ ਹੋ ਪਾਏਗਾ? ਸਾਨੂੰ ਤਾਂ ਇਸ ਵਾਰ ਲੱਗ ਰਿਹਾ ਹੈ ਕਿ ਅਸੀਂ ਵਰਚੁਅਲੀ 3 ਤੋਂ 5 ਟਾਈਮਸ ਜ਼ਿਆਦਾ ਲੋਕਾਂ ਨੂੰ ਇਕੱਠਾ ਕਰ ਪਾਵਾਂਗੇ, ਕਿਉਂਕਿ ਇਸ ਵਾਰ ਜਿਹੜਾ ਸਾਡਾ ਆਪਣਾ ਪ੍ਰੋਗਰਾਮ ਹੈਗਾ ਉਹ ਖਾਲੀ ਕੈਨੇਡਾ ਫੋਕਸ ਨਹੀਂ ਹੈਗਾ, ਕੋਈ ਲੋਕਲ ਟੋਰਾਂਟੋ, ਗ੍ਰੇਟਰ ਟੋਰਾਂਟੋ ਫੋਕਸ ਨਹੀਂ ਹੈਗਾ, ਇਹ ਵਰਲਡ ਵਾਈਡ ਹੈਗਾ। ਅੱਛਾ, ਸੋ ਇਸ ਵਾਰ ਪਾਰਟਿਸਿਪੇਸ਼ਨ ਆਰਟਿਸਟ ਦਾ ਵੀ ਤੇ ਵਿਊਅਰਸ ਦਾ ਵੀ ਉਹ ਵਰਲਡ ਵਾਈਡ ਹੈਗਾ। ਇਹਦਾ ਮਤਲਬ ਕਿ ਕਿਉਂਕਿ ਵਰਚੁਅਲੀ ਨਾਓ ਸਾਡੀ ਰੀਚ ਸਾਰੀ ਦੁਨੀਆ ਦੇ ਅੰਦਰ ਹੈ ਇਸ ਵੇਲੇ। ਸੋ ਲੋਕੀ ਅਗਰ US ਦੇ ਅੰਦਰ ਬੈਠੇ ਨੇ, ਅਗਰ ਉਹਨਾਂ ਦਾ ਕੋਈ ਜਾਣਨ ਵਾਲਾ ਇੱਥੇ ਜਾਂ ਪੰਜਾਬ ਵਿੱਚ ਕੋਈ ਬੈਠਾ ਹੈ, ਉਹਨਾਂ ਦਾ ਕੋਈ ਜਾਣਨ ਵਾਲਾ ਹੈ ਔਰ ਇੱਥੇ ਲੋਕਲ ਸਿੰਗਰ ਜਾਂ ਆਰਟਿਸਟ ਹੈਗਾ, ਸਾਡੇ ਕੋਲ ਤਕਰੀਬਨ 100 ਆਰਟਿਸਟ ਪਰਫਾਰਮ ਕਰ ਰਹੇ ਨੇ ਇਸ ਇਵੈਂਟ ਦੇ ਅੰਦਰ ਇਸ ਵਾਰ। ਸੋ ਉਹ ਬੰਦੇ ਬੈਠ ਕੇ ਆਪਣਾ ਇੰਡੀਆ ਵਿੱਚ ਆਰਾਮ ਦੇ ਨਾਲ ਇਹਨੂੰ ਦੇਖ ਸਕਦੇ ਨੇ, ਸੇਮ ਟਾਈਮ ਤੇ ਚਾਹੇ ਡਿਫਰੈਂਟ ਟਾਈਮ ਤੇ, ਬਿਕੋਜ਼ ਅਸੀਂ ਇਹਨੂੰ ਵਿਲ ਕੀਪ ਰਨਿੰਗ ਥਰੂ ਆਊਟ ਦਾ ਟਾਈਮ। ਔਰ ਇੱਕ ਗੱਲ ਹੋਰ ਵੀ ਆ, ਔਰ ਸਾਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਵੀ ਇਸ ਵਾਰੀ ਪੈਨੋਰਾਮਾ ਦੇ ਇਵੈਂਟ ਦੇ ਵਿੱਚ ਤੁਹਾਡੀ ਸੰਸਥਾ ਦੇ ਥਰੂ ਅਸੀਂ ਵੀ ਇੱਕ ਮੀਡੀਆ ਪਾਰਟਨਰ ਦੇ ਤੌਰ ਤੇ ਤੁਹਾਡੇ ਨਾਲ ਸ਼ਿਰਕਤ ਕਰ ਰਹੇ ਹਾਂ। ਔਰ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅਸੀਂ ਵੀ ਆਪਣੇ ਭਾਰਤ ਦੇ ਜੋ ਇਹ ਇਵੈਂਟਸ ਹੁੰਦੇ ਨੇ, ਕਮਿਊਨਿਟੀ ਇਵੈਂਟਸ ਹੁੰਦੇ ਨੇ, ਅਸੀਂ ਜੇ ਵਿਜ਼ਨ ਪੰਜਾਬ ਟੀਵੀ ਤੁਹਾਡੇ ਨਾਲ ਮੋਢਾ ਜੋੜ ਕੇ ਨੈਕਸਟ ਟਾਈਮ ਵੀ ਅੱਗੇ ਤੋਂ ਵੀ ਚੱਲੇਗਾ, ਕਿਉਂਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਅੱਜ ਤੁਹਾਨੂੰ ਇੱਥੇ ਰੂਬਰੂ ਕਰ ਰਹੇ ਹਾਂ ਦਰਸ਼ਕਾਂ ਦੇ ਸਾਹਮਣੇ। ਨਾਲ ਦੀ ਨਾਲ ਜਦੋਂ ਇਹ ਵਰਚੁਅਲੀ ਹੋਊਗਾ ਤਾਂ ਸਾਡਾ ਜਿਹੜਾ ਵਿਜ਼ਨ ਪੰਜਾਬ ਟੀਵੀ ਦਾ ਜੋ ਵਿਜ਼ਨ ਹੈ ਉਹ ਵੀ ਤੁਹਾਡੇ ਨਾਲ, ਤੁਹਾਡਾ ਵਿਜ਼ਨ ਇਕੱਠਾ ਹੋ ਕੇ ਹੋਵੇਗਾ। ਬਿਲਕੁਲ। ਜੋ ਅਗਲਾ ਮੇਰਾ ਸਵਾਲ ਇਹ ਆ ਵੀ ਆਰਟਿਸਟ ਜਿਹੜੇ ਆ ਉਹ ਕਿਸ ਤਰ੍ਹਾਂ ਪਰਫਾਰਮ ਕਰਨਗੇ, ਕਿਉਂਕਿ ਵਰਚੁਅਲੀ ਹੋ ਰਿਹਾ ਤਾਂ ਹੁਣ ਥੋੜਾ ਜਿਹਾ ਮੁਸ਼ਕਿਲ ਹੈ ਕਿ ਕਿਸ ਤਰ੍ਹਾਂ, ਮਤਲਬ ਥੋੜਾ ਜਿਹਾ ਕਿਉਰਿਓਸਿਟੀ ਵੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਇਸ ਦਾ ਜਵਾਬ ਦਿਓ, ਮੈਂ ਨਾਲ ਦੀ ਨਾਲ ਕਹਿਣਾ ਕਿ ਅਨਾਉਂਸ ਕਰ ਦਿਓ ਡੇਟਸ, ਟਾਈਮ ਔਰ ਕਿਸ ਤਰੀਕੇ ਦੇ ਨਾਲ ਲਿੰਕ ਕੀਤਾ ਜਾ ਸਕਦਾ ਜਿਹਨੇ ਵੀ ਇਹ ਪ੍ਰੋਗਰਾਮ ਦੇਖਣਾ। ਜੀ, ਸੋ 15 ਤੇ 16 ਅਗਸਤ ਨੂੰ ਇਹ ਪ੍ਰੋਗਰਾਮ ਚੱਲੇਗਾ। ਇਸ ਵਾਰ ਐਕਚੁਅਲੀ 2 ਦਿਨ ਦਾ ਅਸੀਂ ਪ੍ਰੋਗਰਾਮ ਇਹਨੂੰ ਰੱਖਿਆ, ਕੋਈ 12 ਤੋਂ 14 ਘੰਟੇ ਦੀ ਇਹਦੀ ਪੂਰੀ ਪ੍ਰੋਗਰਾਮਿੰਗ ਹੈਗੀ, ਜਿਹੜੀ ਬੜੀ ਪ੍ਰੋਫੈਸ਼ਨਲੀ ਅਸੀਂ ਉਹਨੂੰ ਪ੍ਰੈਜ਼ੈਂਟ ਕਰਾਂਗੇ। ਤੁਹਾਨੂੰ ਬਿਲਕੁਲ ਐਵੇਂ ਫੀਲ ਹੋਏਗਾ ਜਿਵੇਂ ਤੁਸੀਂ ਲਾਈਵ ਉਹਨੂੰ ਪਾਰਟਿਸਿਪੇਟ ਕਰ ਰਹੇ ਹੋ, ਲਾਈਵ ਉਹਨੂੰ ਦੇਖ ਰਹੇ ਹੋ। ਸਾਡੀ ਟੀਮ ਪੈਨੋਰਾਮਾ ਇੰਡੀਆ ਦੀ ਬਹੁਤ ਹਾਰਡ ਵਰਕ ਕਰ ਰਹੀ ਹੈ ਐਕਚੁਅਲੀ ਇਹ ਪ੍ਰੋਗਰਾਮ ਨੂੰ ਪੁੱਟ ਟੁਗੇਦਰ ਕਰਨ ਵਾਸਤੇ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਸ ਵਾਰ ਪੈਨੋਰਾਮਾ ਇੰਡੀਆ ਦੇ ਅੰਦਰ ਲਾਰਜੈਸਟ ਕਮਿਊਨਿਟੀ ਸਟੇਟਸ ਦਾ ਪਾਰਟਿਸਿਪੇਸ਼ਨ ਹੈਗਾ। ਕੋਈ 28 ਕਮਿਊਨਿਟੀ ਸਟੇਟਸ ਜਿਹੜੀ ਆਈਆਂ ਨੇ ਉਹ ਇਕੱਠੀ ਹੋਈਆਂ ਨੇ, ਜੋ ਆਪਣੀ ਪਰਫਾਰਮੈਂਸ ਸਾਨੂੰ ਐਕਚੁਅਲੀ ਪ੍ਰੈਜ਼ੈਂਟ ਕਰ ਰਹੀ ਹੈ। ਸੋ ਬੜਾ ਹੀ ਯੂਨੀਕ, ਬੜਾ ਹੀ ਵੱਖ ਕਿਸਮ ਦਾ ਪ੍ਰੋਗਰਾਮ ਐਕਚੁਅਲੀ ਅਸੀਂ ਬਣਾਇਆ ਹੈ। ਅੱਜ ਤੋਂ 3 ਮਹੀਨੇ ਪਹਿਲੇ ਅਗਰ ਤੁਸੀਂ ਮੈਨੂੰ ਸਵਾਲ ਪੁੱਛਦੇ ਤਾਂ ਸਾਨੂੰ ਕੁਝ ਆਈਡੀਆ ਨਹੀਂ ਸੀ ਕਿ ਅਸੀਂ ਕੀ ਕਰਾਂਗੇ। ਅਸੀਂ ਸੋਚਦੇ ਰਹੇ ਕਿ ਅਸੀਂ ਸ਼ਾਇਦ ਨਾਰਦਰਨ ਫਿਲਮ ਸਕੇਅਰ ਪਹੁੰਚਾਂਗੇ, ਸਾਨੂੰ ਪਰਮਿਟ ਮਿਲ ਵਨ ਸਿਟੀ ਤੋਂ ਬੈਕ ਐਂਡ ਫੋਰਥ। ਸੋ ਫਿਰ ਅਸੀਂ 2 ਮਹੀਨੇ ਪਹਿਲੇ ਇੱਕ ਤਰ੍ਹਾਂ ਵਿਜ਼ਨ ਨੂੰ ਦੁਬਾਰਾ ਅਸੀਂ ਕੀਤਾ ਕਿ ਕੁਝ ਨਾ ਕੁਝ ਸਾਨੂੰ ਕਰਨਾ ਪਏਗਾ ਤਾਂ ਕਿ ਇਹ ਜਿਹੜਾ ਸਾਡੀ 30 ਸਾਲਾਂ ਤੋਂ 31 ਸਾਲਾਂ ਤੋਂ ਜਿਹੜੀ
ਇਵੈਂਟ ਚੱਲ ਰਹੀ ਹੈ ਜੀ, ਉਹਦਾ ਕੋਈ ਵੀ ਕਿਸੇ ਤਰ੍ਹਾਂ ਦਾ ਡਿਸਕਨੈਕਸ਼ਨ ਨਹੀਂ ਹੋਣਾ ਚਾਹੀਦਾ, ਕਿ ਛੁੱਟੇ ਨਾ ਜੀ ਬਿਲਕੁਲ। ਸੋ ਕਿਸ ਤਰ੍ਹਾਂ ਉਹਨੂੰ ਅਸੀਂ ਕੰਟੀਨਿਊ ਰੱਖੀਏ, ਸੇਫ ਰਹੀਏ ਐਟ ਦ ਸੇਮ ਟਾਈਮ। ਔਰ ਜਿਹੜੀ ਪਾਰਟਿਸਿਪੇਸ਼ਨ ਹੈ, ਲੋਕਲ ਪਾਰਟਿਸਿਪੇਸ਼ਨ, ਜਿਹੜੀ ਇਹਦੀ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਮੋਸਟ ਇੰਪੋਰਟੈਂਟ ਫੈਕਟਰ ਜਿਹੜਾ ਆਰਟ ਕਲਚਰ ਦਾ ਸਾਡਾ ਹੈਗਾ, ਉਹ ਲੋਕਲ ਪਾਰਟਿਸਿਪੇਸ਼ਨ ਨਾਲ। ਜਿੰਨੇ ਵੀ ਸਿੰਗਰ ਹੈਗੇ ਨੇ ਸਾਡੇ ਲੋਕਲ ਸਿੰਗਰਸ, ਅੱਛਾ, ਹਾਂ ਬਾਹਰੋਂ ਵੀ ਸਾਡੇ ਆਉਂਦੇ ਸੀ, ਮਲਕੀਤ ਸਿੰਘ ਐਂਡ ਕਾਫੀ ਵੱਡੇ ਵੱਡੇ ਸਿੰਗਰ ਸਾਡੇ ਐਕਚੁਅਲੀ ਪਾਰਟਿਸਿਪੇਟ ਕੀਤੇ ਹੈਗੇ ਨੇ, ਬਾਹਰੋਂ ਵੀ ਪਾਰਟਿਸਿਪੇਸ਼ਨ ਹੈਗਾ। ਬਟ ਸਾਡੀ ਮੇਜਰ ਸਟਰੈਂਥ ਅਗਰ ਕਹੀਏ ਉਹ ਹੁੰਦੀ ਸੀ ਕਿ ਅਸੀਂ ਲੋਕਲ ਕਮਿਊਨਿਟੀ ਨੂੰ ਕਿਵੇਂ ਇਕੱਠਾ ਕਰੀਏ, ਲੋਕਲ ਪਾਰਟਿਸਿਪੇਸ਼ਨ ਕਿਵੇਂ ਲੈ ਕੇ ਆਈਏ। ਸੋ ਤਕਰੀਬਨ 100 ਲੋਕਲ ਪਾਰਟਿਸਿਪੈਂਟ ਇਸ ਵਾਰ ਸਾਡੇ ਪਰਫਾਰਮ ਕਰ ਰਹੇ ਹੈਗੇ, 100 ਦੇ ਕਰੀਬ। ਉਹ ਸਾਰੇ ਅਲੱਗ-ਅਲੱਗ ਸਬਮਿਸ਼ਨਸ ਸਾਨੂੰ ਬਣਾ ਕੇ ਭੇਜ ਰਹੇ ਨੇ। ਸਾਰੀ 28 ਸਟੇਟਸ ਨੇ ਆਪਣੇ ਤਰੀਕੇ ਦੇ ਨਾਲ, ਸੇਫ ਡਿਸਟੈਂਸ ਦੇ ਨਾਲ ਆਪਣੀ ਇੱਕ ਪ੍ਰੈਜੈਂਟੇਸ਼ਨ ਕੀਤੀ ਹੈਗੀ ਹੈ। ਸੋ ਉਹ ਸਾਰੀ ਚੀਜ਼ਾਂ ਨੂੰ ਇਕੱਠਾ ਕਰਕੇ ਹੁਣ ਅਸੀਂ 15 ਤੇ 16 ਤਰੀਕ ਨੂੰ, 10 ਤਰੀਕ ਤੋਂ ਵੈਸੇ ਸਾਡਾ ਪ੍ਰੋਗਰਾਮਿੰਗ ਦੀ ਛੁੱਟ-ਪੁੱਟ ਟ੍ਰਾਂਸਮਿਸ਼ਨ ਸ਼ੁਰੂ ਹੋ ਜਾਏਗੀ, ਲੇਕਿਨ 15 ਤੇ 16 ਨੂੰ ਮੇਨ ਪਰੇਡ ਜਿਹੜੀ ਹੈਗੀ ਹੈ ਔਰ ਸਾਰੀ ਪਰਫਾਰਮੈਂਸ 15 ਤੇ 16 ਅਗਸਤ ਨੂੰ ਚਲੇਗੀ। ਸੋ ਕਿਹੜਾ ਲਿੰਕ ਹੈ ਔਰ ਕਿੱਥੇ ਜਾ ਕੇ ਰੀਚ ਕੀਤਾ ਜਾਵੇ? ਜਿਨੇ ਵੀ ਹੁਣ ਸਾਡੇ ਦਰਸ਼ਕ ਦੇਖ ਰਹੇ ਨੇ ਤਾਂ ਉਹਨਾਂ ਨੂੰ ਜ਼ਰੂਰ ਅਨਾਉਂਸ ਕਰ ਦਿਓ। ਔਰ ਨਾਲ ਦੀ ਨਾਲ ਇੱਕ ਜੋ ਸੰਪਰਕ ਨੰਬਰ ਹੈ ਕਿਸੇ ਨਾਲ ਜਿਹਨੂੰ ਤੁਸੀਂ, ਜਿਵੇਂ ਕਿ ਕੋਈ ਵਾਰੀ ਪ੍ਰੋਗਰਾਮ ਜਿਹੜਾ ਹੈ ਇਹ ਰਿਕਾਰਡ ਹੋਣ ਤੋਂ ਬਾਅਦ ਇਹ ਲਿੰਕ ਹੈ ਜਿਹੜਾ ਵਾਇਰਲ ਹੋਣਾ ਫੇਸਬੁੱਕ ਤੇ, ਤਾਂ ਅਗਰ ਤੁਹਾਡੇ ਤੱਕ ਕਿਸੇ ਨੇ ਲਿੰਕ ਸੰਪਰਕ ਕਰਨਾ ਹੈ, ਜਾਣਕਾਰੀ ਹੋਰ ਪ੍ਰਾਪਤ ਕਰਨੀ ਹੈ, ਤਾਂ ਨੰਬਰ ਵੀ ਅਨਾਉਂਸ ਜੀ। ਸੋ ਸਭ ਤੋਂ ਪਹਿਲੇ ਤੇ ਆਈ ਥਿੰਕ ਦ ਬੈਸਟ ਜਿਹੜੀ ਜਗ੍ਹਾ ਹੈਗੀ ਹੈ ਉਹ panoramaindia.org, panoramaindia.org ਸਾਡੀ ਵੈਬਸਾਈਟ ਹੈਗੀ ਹੈ। ਉਹਦੇ ਉੱਤੇ ਸਾਰੀ ਦੀ ਸਾਰੀ ਜਾਣਕਾਰੀ, ਸਾਰੇ ਦੇ ਵੱਖ-ਵੱਖ ਨੰਬਰ, ਅਗਰ ਤੁਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਸੀ ਜਾਂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਵਾਚ ਕਰਨਾ ਚਾਹੁੰਦੇ ਹੋ। ਸਭ ਤੋਂ ਇੰਪੋਰਟੈਂਟ ਇਹ ਹੈਗਾ ਕਿ ਇਸ ਵਾਰ ਕੋਈ 4 ਵੱਖ ਕਿਸਮ ਦੇ ਅਸੀਂ ਕੰਟੈਸਟ ਰੱਖੇ ਹਨ ਜਿਹਦੇ ਵਿੱਚ ਪ੍ਰਾਈਜ਼ ਵਿਨਿੰਗ ਹੈਗੀ ਹੈ। ਸੋ ਉਹ ਅਲੱਗ-ਅਲੱਗ ਕੰਟੈਸਟੈਂਟ ਬੱਚੇ ਤੋਂ ਲੈ ਕੇ ਔਰ ਪਾਰਟਿਸਿਪੈਂਟ ਤੋਂ ਲੈ ਕੇ ਔਰ ਐਜ਼ ਅ ਕਮਿਊਨਿਟੀ, ਜੋ ਕਮਿਊਨਿਟੀ ਇਕੱਠਾ ਕਰਨ ਵਾਸਤੇ ਅਸੀਂ ਅਲੱਗ 4 ਕੰਟੈਸਟ ਰੱਖੇ ਜੀ। ਸੋ ਉਹਦੀ ਜਾਣਕਾਰੀ ਵੀ ਉਹਦੇ ਉੱਤੇ ਹੈਗੀ ਹੈ। ਨਾਲੇ ਅਗਰ ਉਹ ਫੇਸਬੁੱਕ ਦੇ ਉੱਤੇ ਸਾਡੇ ਨਾਲ ਜੁੜ ਜਾਣ, panoramaindia.org ਔਰ panorama ਇੰਡੀਆ ਦੇ ਫੇਸਬੁੱਕ ਪੇਜ ਦੇ ਉੱਤੇ, ਉਹਦੇ ਉੱਤੇ ਅਸੀਂ ਕਨਸਟੈਂਟਲੀ ਹਰ ਰੋਜ਼ ਵੱਖ-ਵੱਖ ਕਿਸਮ ਦੀ ਜਾਣਕਾਰੀ ਅਸੀਂ ਉਹਦੇ ਉੱਤੇ ਪਾ ਰਹੇ ਹਾਂ। ਸੋ ਸੁਨੀਲ ਗਰੋਵਰ, ਅਗਰ ਤੁਹਾਨੂੰ ਪਤਾ ਹੈ, ਇੱਕ ਕਮੇਡੀਅਨ ਹੈਗੇ ਨੇ, ਕਪਿਲ ਸ਼ਰਮਾ ਦੇ ਸ਼ੋਅ ਦੇ ਬੜੇ ਫੇਮਸ ਐਕਚੁਅਲੀ ਰਹੀ। ਸੋ ਸੁਨੀਲ ਗਰੋਵਰ ਜੀ ਸਾਡੇ ਐਕਚੁਅਲੀ ਇਵੈਂਟ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਔਰ ਉਹਦੇ ਵਿੱਚ ਉਹਨਾਂ ਨੇ 4 ਕੰਟੈਸਟੈਂਟ ਜਾਂ ਪਾਰਟਿਸਿਪੈਂਟ ਉਹਨਾਂ ਨੇ ਚੁਣੇ ਹੈਗੇ ਨੇ ਜਿਹੜੇ ਉਹਨਾਂ ਦੇ ਨਾਲ ਪਰਫਾਰਮ ਕਰਾਂਗੇ। ਅੱਛਾ, ਹਾਂ। ਸੋ ਇਹ ਇੱਕ ਕਿਸਮ ਦਾ ਕੰਟੈਸਟ ਹੈਗਾ। ਇੱਕ ਹੋਰ ਕੰਟੈਸਟ ਹੈਗਾ, ਉਹਦੇ ਵਿੱਚ ਅਸੀਂ ਹੁਣ ਕੋਵਿਡ ਦਾ ਟਾਈਮ ਚੱਲ ਰਿਹਾ ਹੈ ਤਾਂ ਤੁਹਾਨੂੰ ਪਤਾ ਹੈ ਫੇਸ ਮਾਸਕ ਇੱਕ ਸਾਡਾ ਹੁਣ ਜੁਐਲਰੀ ਕਹਿ ਲਓ ਜਾਂ ਸਾਡੀ ਹੁਣ ਰੋਜ਼ਮਰਰਾ ਦਾ ਹਿੱਸਾ ਹੋ ਗਿਆ। ਸਾਡੇ ਜਿਵੇਂ ਪਹਿਲਾਂ ਕੱਪੜੇ ਇੱਕ ਸਾਡੇ ਅੰਗ ਦਾ ਹਿੱਸਾ ਬਣ ਗਿਆ। ਤੇ ਇੱਕ ਅਸੀਂ ਕੰਟੈਸਟ ਰੱਖਿਆ ਫੇਸ ਮਾਸਕ ਪੇਂਟਿੰਗ ਕੰਟੈਸਟ। ਸੋ ਉਹਦੇ 'ਚ ਅਸੀਂ ਐਂਟਰੀ ਲੈ ਰਹੇ ਹਾਂ। ਉਹਦੇ 'ਚ ਕਾਉਂਸਲ ਜਨਰਲ ਐਕਚੁਅਲੀ ਉਹਨਾਂ ਨੇ ਆਪਣੀ ਤਰਫੋਂ ਜਿੰਨੇ ਵੀ ਪ੍ਰਾਈਜ਼ਸ ਉਹਨਾਂ ਨੇ ਦੇਣੇ ਹੈਗੇ ਨੇ, ਤਾਂ ਉਹਦੇ ਜੋ ਵੀ ਬੈਸਟ ਐਂਟਰੀਜ਼ ਆਏਗੀ, ਜਿਹੜੇ ਅਲੱਗ ਵੱਖ-ਵੱਖ ਕਿਸਮ ਦੇ ਫੇਸ ਮਾਰਕ ਦੇ ਉੱਤੇ ਪੇਂਟਿੰਗ ਕਰਕੇ ਉਹਦੀ ਪਿਕਚਰ ਖਿੱਚ ਕੇ ਸਾਨੂੰ ਭੇਜਣ। ਅੱਛਾ, ਸੋ ਇੱਕ ਉਹ ਕੰਟੈਸਟ ਹੈਗਾ। ਇਸ ਤਰ੍ਹਾਂ ਦੇ ਵੱਖ-ਵੱਖ ਕੰਟੈਸਟ ਰੱਖੇ। ਸੋ ਕਿਉਂਕਿ ਆਈਡੀਆ ਇਹ ਹੈਗਾ ਕਿ ਕਮਿਊਨਿਟੀ ਦਾ ਪਾਰਟਿਸਿਪੇਸ਼ਨ ਹੋਣਾ ਚਾਹੀਦਾ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਸੇਫ ਰਹਿ ਕੇ ਇਹ ਪਾਰਟਿਸਿਪੇਸ਼ਨ ਨੂੰ ਵਧਾ ਸਕੀਏ। ਸੋ panoramaindia.org ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਜਾ ਕੇ ਤੁਸੀਂ ਪਲੀਜ਼ ਉਸ ਅਕਾਊਂਟ ਨੂੰ ਚੈੱਕ ਕਰੋ। ਫੇਸਬੁੱਕ ਦੇ ਉੱਤੇ ਸਾਨੂੰ ਐਕਚੁਅਲੀ ਸਾਡੀ ਲਾਈਵ ਪ੍ਰੋਗਰਾਮਿੰਗ ਜਿਹੜੀ ਪਾਸਟ ਵਿੱਚ ਹੋਈ ਹੈ, ਨਮਸਤੇ ਲਾਈਵ ਕਰਕੇ ਉਹਨਾਂ ਨੂੰ ਦੇਖੋ, ਤੇ ਜਿਹੜੀ ਛੁੱਟ-ਪੁੱਟ ਹਰ ਰੋਜ਼ ਅਸੀਂ ਇਨਫੋਰਮੇਸ਼ਨ ਜਿਹੜੀ ਭੇਜ ਰਹੇ ਹਾਂ ਕੰਟੈਸਟ ਦੀ ਜਾਂ ਆਰਟਿਸਟ ਦੀ ਜਾਣਕਾਰੀ, ਪਲੀਜ਼ ਉਹਨਾਂ ਨੂੰ ਦੇਖੋ ਜੀ। ਸੋ ਸੰਜੇ ਜੀ, ਇਸ ਤੋਂ ਪਹਿਲਾਂ ਕਿ ਕਿਉਂਕਿ ਆਪਣਾ ਬ੍ਰੇਕ ਦਾ ਵੀ ਸਮਾਂ ਹੋ ਚੱਲਿਆ ਤੇ ਬਾਹਰ ਜਨਕ ਜੀ ਵੀ ਵੇਟ ਕਰ ਰਹੇ, ਕਿਉਂਕਿ ਮੈਂ ਜਨਕ ਹੋਰਾਂ ਨੂੰ ਵੀ ਇੰਟਰੋਡਿਊਸ ਕਰਵਾਉਣਾ ਔਰ ਪੈਨੋਰਾਮਾ ਇੰਡੀਆ ਦੇ ਬਾਰੇ ਹੋਰ ਜਿਹੜੀ ਚੰਗੀ ਇਸ ਤੋਂ ਵੀ ਜ਼ਿਆਦਾ ਜਾਣਕਾਰੀ ਉਹਨਾਂ ਤੋਂ ਆਪਾਂ ਲਵਾਂਗੇ, ਕਿਉਂਕਿ ਸੀਮਤ ਸਮਾਂ ਹੁੰਦਾ। ਅਸੀਂ ਚਾਹੁੰਦੇ ਹਾਂ ਕਿ ਵੀ ਡਿਸਟੈਂਸ ਵੀ ਮੇਨਟੇਨ ਰਵੇ ਔਰ ਅਲੱਗ-ਅਲੱਗ ਇਸ ਤਰੀਕੇ ਦੇ ਨਾਲ ਹੋ ਜਾਵੇ। ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਲਈ। ਔਰ ਫਿਰ ਤੋਂ ਮੈਂ ਤੁਹਾਡਾ ਇਸ ਲਈ ਕਰਕੇ ਰਹਿਣੀ ਹੈ ਕਿਉਂਕਿ ਤੁਸੀਂ ਵਿਜ਼ਨ ਪੰਜਾਬ ਟੀਵੀ ਨੂੰ ਐਜ਼ ਏ ਮੀਡੀਆ ਪਾਰਟਨਰ ਤੌਰ ਤੇ ਚੁਣਿਆ। ਬਹੁਤ-ਬਹੁਤ ਧੰਨਵਾਦ ਜੀ, ਬਹੁਤ-ਬਹੁਤ ਧੰਨਵਾਦ ਜੀ। ਤੁਹਾਡਾ ਵੀ ਸ਼ੁਕਰੀਆ ਦੋਸਤੋ। ਔਰ ਤੁਸੀਂ ਵਿਜ਼ਨ ਪੰਜਾਬ ਟੀਵੀ ਨੂੰ ਪਿਆਰ ਵੀ ਦਿੰਦੇ ਰਹੋ। ਇੱਕ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਪੈਨੋਰਾਮਾ ਇੰਡੀਆ ਤੋਂ ਸਾਡੇ ਕੋਲ ਇੱਕ ਹੋਰ ਨੁਮਾਇੰਦੇ ਆਏ ਨੇ, ਜਨਕ ਜੀ ਉਹਨਾਂ ਦਾ ਨਾਮ ਹੈ, ਜਨਕ ਭਵਨਾਨੀ ਜੀ। ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹੋਰ ਵੀ
खुल के डिटेल दे विच होगी, क्योंकि संजय जी ने बेसिक जिहड़ियां गल्लां दसियां, जिहड़ियां पैनोरामा इंडिया दे बारे हो सकदा कि तुहाडे तक ना पहलां पहुंचियां होण, अज बेसिक गल्लां तुहानूं पैनोरामा इंडिया बारे पता लगियां, तो होर डिटेल दे विच जनक भवनानी जी तो असीं चर्चा दे विच जरूर सुणांगे वो की कहंदे ने। सो ब्रेक तो बाद जल्द हाजिर होंदे हैं। शुक्रिया। तुझ पर फिदा हम सब का मन, मेरा इंडिया हमारा इंडिया, मेरा इंडिया हमारा इंडिया, मेरा इंडिया पैनोरामा इंडिया, हमारा इंडिया पैनोरामा इंडिया। जय 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 हे। चाहे सत्त समुंदर पार दी होवे खबर, चाहे किसे भी सरकार दी होवे खबर, हर शह तक जांदे हां, हर खबर दी तह तक जांदे हां। पंजाब दी टीस, पंजाब दा दर्द भी खोल सुणाउंदे हां। हर खबर दी लैंदे हां खबर, प्रोग्राम खबरां दी खबर विच मेरे नाल जानी कि दीपक शर्मा चनाथल नाल शामी 8:30 बजे सोमवार तो शुक्रवार तक देखना ना भुलना खबरां दी खबर। कि तुसी भी लभ रहे हो प्रॉपर्टी तां अज ही संपर्क करो सुनील गर्ग नूं, जो कि विनीपेग मैनीटोबा विच बायर्स ते सैलर्स नाल हर प्राइस पॉइंट ते करदे ने काम। चाहे बायर्स लई मल्टीपल ऑफर सिचुएशन होवे या सैलर्स लई वधिया मुल ते गलबात करना, सुनील गर्ग प्रोवाइड करवाउंदे ने क्लाइंट्स नूं हर सिचुएशन विच फायदेमंद डील, सिंपलीफाइड प्रोसेस एंड हैसल फ्री एक्सपीरियंस। यही चीज बनाउंदी है सुनील गर्ग नूं बाकियां नालों वख। फुल MLS लिस्टिंग्स, स्ट्रॉन्ग ऑनलाइन प्रेजेंस, ओपन हाउसेस अंटिल सोल्ड, नेगोशिएबल कमीशन। प्रॉपर्टी कोई भी होवे, रेजिडेंशियल बिल्डिंग, कमर्शियल स्पेसेस, होटल्स, गैस स्टेशंस, मोटेल्स एंड मेनी मोर। अपनी ड्रीम प्रॉपर्टी लैन लई अज ही संपर्क करो सुनील गर्ग नूं 2042920177 ते। हिंदुस्तान मेरे वतन, तुझ पर फिदा हम सब का मन, मेरा इंडिया हमारा इंडिया, मेरा इंडिया हमारा इंडिया, मेरा इंडिया पैनोरामा इंडिया, हमारा इंडिया पैनोरामा इंडिया। जय 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 हे। सियासत होवे ਜਾਂ ਧਰਮ, ਪੰਜਾਬ ਵਾਸੀਆਂ ਮੁਤਾਬਕ ਉਜਾੜਾ ਹੋਣ ਜਾ ਰਿਹਾ ਹੈ। ਮੁੱਦਾ ਉਹ ਜੋ ਹੋਵੇ ਸਰਗਰਮ। ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਕਬਜ਼ੇ ਹੇਠ ਲੈ ਲਈਆਂ ਨੇ। ਸਿਆਸੀ ਲੀਡਰਾਂ ਦੇ ਵਾਅਦਿਆਂ ਦਾ ਕੀ ਹੈ ਸੱਚ? ਇਹ ਜੋ ਨਸ਼ਿਆਂ ਦਾ ਕੰਮ ਹੈ, ਜੋ ਆਮ ਆਦਮੀ ਕਹਿੰਦੇ 4 ਮਹੀਨਿਆਂ 'ਚ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਉਹਦੇ ਲੱਕ ਤੋੜ ਕੇ ਛੱਡ ਦੂੰ। ਪੁਲਿਸ ਪ੍ਰਸ਼ਾਸਨ ਤੇ ਸਰਕਾਰ ਦਾ ਵੀ ਜਾਣਾਂਗੇ ਪੱਖ। ਆਵਾਮ ਨਾਲ ਜੁੜੇ ਹਰ ਮਸਲੇ ਦੀ ਕਰਾਂਗੇ ਕੋ। ਆਖਿਰ ਕੈਪਟਨ ਨੂੰ ਆਪਣੇ ਬਿਆਨ ਤੋਂ ਮੁੜਨਾ ਕਿਉਂ ਪਿਆ? ਸਾਡੀ ਖਾਸ ਪੇਸ਼ਕਸ਼ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ ਓਨਲੀ ਔਨ ਵਿਜ਼ਨ ਪੰਜਾਬ ਟੀਵੀ। ब्रेक तो बाद फिर तो ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਨੇ ਆ ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ। ਨਵੇਂ ਮਹਿਮਾਨ ਨਵੇਂ ਵਿਸ਼ੇ ਦੇ ਨਾਲ ਤੁਹਾਨੂੰ ਰੂਬਰੂ ਕਰਾਉਣੇ ਆ ਔਰ ਜੋ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਸਾਡੇ ਗੈਸਟ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਆ, ਸਿੱਧਾ ਸਵਾਲ ਕਰਨਾ ਚਾਹੁੰਦੇ ਆ ਤਾਂ 905 790 9099 ਦੇ ਉੱਪਰ ਤੁਸੀਂ ਕਾਲ ਕਰਨੀ ਹੈ। 905 790 9099 ਸਟੂਡੀਓ ਦਾ ਨੰਬਰ ਹੈ। ਇਹ ਨੰਬਰ ਸਕਰੀਨ ਦੇ ਉੱਪਰ ਵੀ ਫਲੈਸ਼ ਹੋ ਰਿਹਾ ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਲੁਤਫ ਤੁਸੀਂ ਲਾਈਵ ਫੇਸਬੁੱਕ ਦੇ ਉੱਪਰ ਵੀ ਲੈ ਸਕਦੇ ਹੋ ਔਰ ਸਾਰੇ ਦੇ ਸਾਰੇ ਪ੍ਰੋਗਰਾਮ ਫੇਸਬੁੱਕ ਦੇ ਉੱਪਰ ਤੁਸੀਂ ਸਰਚ ਕਰਨਾ ਹੈ ਵਿਜ਼ਨ ਪੰਜਾਬ ਟੀਵੀ ਕੈਨੇਡਾ। ਉਹਦੇ ਸਰਚ ਕਰਦੇ ਆ ਸਾਰੇ ਦੇ ਸਾਰੇ ਪ੍ਰੋਗਰਾਮ ਜਿਹੜੇ ਆ ਉੱਥੇ ਤੁਹਾਨੂੰ ਲਿੰਕ ਮੌਜੂਦ ਮਿਲਣਗੇ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇਸ਼ ਦੀ, ਜਿੱਥੋਂ ਅਸੀਂ ਸਾਰੇ ਆਏ ਆ ਔਰ ਸਾਡੀਆਂ ਜੜ੍ਹਾਂ, ਸਾਡੀਆਂ ਜਨਮ ਭੂਮੀ ਦੀ ਜੇ ਗੱਲ ਕਰੀਏ ਉਹ ਭਾਰਤ ਹੈ।
ਬੇਸ਼ੱਕ ਕੁਝ ਕਾਰਨਾਂ ਕਰਕੇ ਅਸੀਂ ਕਈ ਵਾਰੀ ਨਾਰਾਜ਼ ਵੀ ਹੁੰਦੇ ਆ ਔਰ ਨਿਰਾਸ਼ ਵੀ ਹੁੰਦੇ ਆ, ਪਰ ਫਿਰ ਵੀ ਜੜ ਤਾਂ ਜੜ ਹੀ ਹੁੰਦੀ ਹੈ। ਔਰ ਦੂਜੀ ਗੱਲ ਇਹ ਕਿ ਵੀ ਭਾਰਤ ਦੇ ਵਿੱਚ ਜੇ ਅਗਰ ਅਸੀਂ ਆਪਣੀ ਜਨਮ ਭੂਮੀ ਦੀ ਗੱਲ ਕਰੀਏ, ਉੱਥੋਂ ਜਨਮ ਭੂਮੀ ਤੋਂ ਅਸੀਂ ਇੱਥੇ ਕਰਮ ਭੂਮੀ ਕੈਨੇਡਾ ਦੇ ਵਿੱਚ ਆਏ ਹਾਂ, ਤਾਂ ਇਹ ਜਿਹੜੇ 15 ਅਗਸਤ 26 ਜਨਵਰੀ ਜਿਹੜੇ ਸਾਡੇ ਖਾਸ ਜੋ ਦਿਨ ਹੈ ਉਹਨੂੰ ਅਸੀਂ ਮਨਾਉਣੇ ਆ, ਬਹੁਤ ਉਤਸ਼ਾਹ ਦੇ ਨਾਲ ਮਨਾਉਣੇ ਆ ਜਿਵੇਂ ਹੋਰ ਸਾਡੇ ਤਿਉਹਾਰ ਹੈ। ਇਸੇ ਤਰ੍ਹਾਂ ਹੀ ਅਸੀਂ ਸਾਡੇ ਭਾਰਤ ਨਾਲ ਸੰਬੰਧਿਤ ਜਿਹੜੇ ਦੋਸਤ ਦਿਨ ਨੇ ਉਹ ਵੀ ਮਨਾਉਣੇ ਆ, ਕਿਉਂਕਿ ਕੌਂਸਲੇਟ ਜਨਰਲ ਦੇ ਵੱਲੋਂ ਅਸੀਂ ਦੇਖਿਆ ਕਿ ਉਹ ਵੀ ਪੂਰੇ ਉਤਸ਼ਾਹ ਦੇ ਨਾਲ ਇਹਨਾਂ ਪ੍ਰੋਗਰਾਮਸ ਦੇ ਵਿੱਚ ਸ਼ਿਰਕਤ ਕਰਦੇ, ਔਰ ਉਹਨਾਂ ਵੱਲੋਂ ਹੀ ਇਹ ਹਦਾਇਤਾਂ ਹੈ ਕਿ ਹਰੇਕ ਭਾਰਤੀ ਜੋ ਕਿ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ, ਖਾਸ ਕਰਕੇ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਤਾਂ ਵਸਿਆ ਹੋਇਆ, ਤਾਂ ਉੱਥੇ ਇਹ ਪ੍ਰੋਗਰਾਮ ਜ਼ਰੂਰ ਬਣਾਉਣੇ ਚਾਹੀਦੇ ਆ। ਸੋ ਪੈਨੋਰਾਮਾ ਇੰਡੀਆ ਇੱਕ ਅਜਿਹਾ ਪ੍ਰੋਗਰਾਮ ਹੈ, ਅਜਿਹੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਪਿਛਲੇ 31 ਸਾਲ ਤੋਂ ਇਹ ਪ੍ਰੋਗਰਾਮ ਜਿਹੜੀ ਹੈ ਉਲੀਕਦੀ ਆ ਰਹੀ ਹੈ। ਔਰ ਤੁਸੀਂ ਦੇਖਿਆ ਕਿ ਵੀ ਪਹਿਲਾਂ ਛੋਟੇ ਗਰੁੱਪਸ ਦੇ ਵਿੱਚ, ਚਾਹੇ ਉਹ ਮੱਧ ਪ੍ਰਦੇਸ਼, ਗੁਜਰਾਤ, ਬਿਹਾਰ, ਪੰਜਾਬ, ਹਰਿਆਣਾ, ਇਸ ਤਰ੍ਹਾਂ ਟੁਕੜੀਆਂ ਦੇ ਵਿੱਚ ਵੰਡਿਆ ਹੁੰਦਾ ਸੀ। ਟੁਕੜੀਆਂ ਦੇ ਵਿੱਚ ਇਹ ਪ੍ਰੋਗਰਾਮ ਜਿਹੜੇ 26 ਜਨਵਰੀ 15 ਅਗਸਤ ਮਨਾਉਂਦੇ ਸੀ। ਹੁਣ ਇਹਨਾਂ ਨੇ 31 ਸਾਲ ਤੋਂ ਇੱਕ ਵੱਡਾ ਵਿਜ਼ਨ ਜਿਹੜਾ ਲਿਆ ਸੀ, ਉਹ ਪੈਨੋਰਾਮਾ ਇੰਡੀਆ ਸੀ। ਪੈਨੋਰਾਮਾ ਇੰਡੀਆ ਇੱਕ ਅੰਬਰੇਲਾ ਥੱਲੇ, ਇੱਕ ਛਤਰੀ ਦੇ ਥੱਲੇ ਸਾਰੀਆਂ ਜਿੰਨੀਆਂ ਵੀ ਸਟੇਟਸ ਹੈ ਭਾਰਤ ਦੀਆਂ, ਸਾਰੀਆਂ ਇਕੱਠੀਆਂ ਹੋ ਕੇ ਇੱਕ ਅਜਿਹਾ ਜਸ਼ਨ ਮਨਾਉਣ ਤਾਂ ਕਿ ਉਹ ਇੱਕ ਦੂਜੇ ਦੇ ਕਲਚਰ ਨੂੰ ਹੋਰ ਵੀ ਨੇੜੇ ਹੋ ਕੇ ਦੇਖ ਸਕਣ। ਸੋ ਖਾਸ ਕਰਕੇ ਕੈਨੇਡਾ ਦੇ ਵਿੱਚ ਹੋਰ ਮਲਟੀ ਕਲਚਰਿਜ਼ਮ ਹੋਣ ਦੇ ਨਾਲ ਪੈਨੋਰਾਮਾ ਨੇ ਇੱਕ ਹੋਰ ਤੁਹਾਨੂੰ ਪਲੇਟਫਾਰਮ ਦਿੱਤਾ ਜਿੱਥੇ ਤੁਸੀਂ ਆਪਣੇ ਭਾਰਤ ਦੇ ਹੋਰ ਕਲਚਰਸ ਨੂੰ, ਹੋਰ ਭਾਸ਼ਾਵਾਂ ਨੂੰ ਜਾਣ ਸਕਦੇ ਆ। ਸੋ ਬ੍ਰੇਕ ਤੋਂ ਪਹਿਲਾਂ ਸੰਜੇ ਮੱਕੜ ਜੀ ਨੇ ਤੁਹਾਨੂੰ ਪੈਨੋਰਾਮਾ ਦੇ ਬਾਰੇ ਬੇਸਿਕ ਜਿਹੜੀਆਂ ਗੱਲਾਂ ਦੱਸੀਆਂ, ਤਾਂ ਹੁਣ ਬ੍ਰੇਕ ਤੋਂ ਬਾਅਦ ਸਾਡੇ ਨਾਲ ਜਨਕ ਭਵਨਾਨੀ ਜੀ ਜੋ ਉਚੇਚੇ ਤੌਰ ਤੇ ਆਏ ਆ, ਸੋ ਉਹ ਵੀ ਇੱਕ ਖਾਸ ਨੁਮਾਇੰਦੇ ਨੇ ਪੈਨੋਰਾਮਾ ਇੰਡੀਆ ਦੇ। ਆਓ ਜਾਣਦੇ ਹਾਂ ਉਹਨਾਂ ਤੋਂ ਹੋਰ ਵੀ ਜਾਣਕਾਰੀ ਪੈਨੋਰਾਮਾ ਇੰਡੀਆ ਬਾਰੇ। ਸੋ ਤੁਹਾਡਾ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਨਮਸਕਾਰ ਜੀ। ਸੋ ਜਨਕ ਜੀ, ਮੈਨੂੰ ਪਤਾ ਹੈ ਕਿ ਤੁਹਾਨੂੰ ਪੰਜਾਬੀ ਨਹੀਂ ਆਉਂਦੀ, ਪਰ ਪੰਜਾਬੀ ਸਮਝਦੇ ਹੋ ਇਹ ਵੀ ਮੈਨੂੰ ਪਤਾ ਹੈ, ਪਰ ਮੈਂ ਕਹਿੰਦਾ ਕਿ ਨਾਲ ਪੰਜਾਬੀ ਹਿੰਦੀ ਦਾ ਜਿਹੜਾ ਮੇਲ ਮਿਲਾਪ ਵੀ ਹੁੰਦਾ ਰਹੇ। ਸੋ ਵਰਚੁਅਲੀ ਇਸ ਵਾਰੀ ਪੈਨੋਰਾਮਾ ਇੰਡੀਆ ਹੋਣ ਜਾ ਰਿਹਾ। ਸੰਜੇ ਜੀ ਨੇ ਦੱਸਿਆ ਸੀਗਾ ਕਿ ਵੀ ਸਾਨੂੰ 3 ਮਹੀਨੇ ਪਹਿਲਾਂ ਪਤਾ ਨਹੀਂ ਸੀ ਕੀ ਕਰਨਾ, ਲੇਕਿਨ ਹੁਣ ਬੜਾ ਸਾਨੂੰ ਹੋਪ ਨਜ਼ਰ ਆ ਰਹੀ ਹੈ ਕਿ ਅਸੀਂ 3 ਤੋਂ 4 ਲੱਖ ਦੇ ਕਰੀਬ ਜਿਹੜੇ ਵਰਚੁਅਲੀ ਅਸੀਂ ਲੋਕਾਂ ਨਾਲ ਜੁੜ ਪਾਵਾਂਗੇ, ਕਿਉਂਕਿ ਪਹਿਲਾਂ ਫਿਜ਼ੀਕਲੀ ਹੁੰਦਾ ਸੀ ਕੈਨੇਡਾ ਦੇ ਵਿੱਚ ਹਰੇਕ ਦਾ ਆਉਣਾ ਸੰਭਵ ਨਹੀਂ ਸੀ, ਪਰ ਹੁਣ ਅਸੀਂ ਵਰਚੁਅਲੀ ਇਹ ਜਿਹੜਾ 3 ਤੋਂ 4 ਲੱਖ ਦਾ ਟਾਰਗੇਟ ਅਸੀਂ ਮਿਥਿਆ ਹੋਇਆ। ਸੋ ਜੇ ਆਪਾਂ ਪੈਨੋਰਾਮਾ ਇੰਡੀਆ ਦੀ ਹੋਰ ਅੱਗੇ ਜਾਣਕਾਰੀ ਲਈਏ ਤਾਂ ਇੱਕ ਜਿਹੜਾ ਟੈਗ ਲਾਈਨ ਕਰਕੇ ਆ, ਮੇਰਾ ਭਾਰਤ ਹਮਾਰਾ ਭਾਰਤ ਨਾਮ ਦਾ ਜਿਹੜਾ ਇੱਕ ਟੈਗ ਲਾਈਨ ਤੁਸੀਂ ਰੱਖੀ ਹੈ, ਇਹਦੇ ਬਾਰੇ ਥੋੜਾ ਜਿਹਾ ਦੱਸੋ। ਇਹ ਕਿਸ ਤਰ੍ਹਾਂ ਤੁਹਾਡੇ ਜ਼ਿਹਨ 'ਚ ਆਇਆ ਤੇ ਜਿਹੜਾ है किस तरह काम करेगा? पहले तो थैंक यू मेरे को बुलाने के लिए। मैं हिंदी और इंग्लिश में बोलता हूँ, पंजाबी समझता हूँ। बिल्कुल ठीक। तो मेरा इंडिया हमारा इंडिया जो है, आप देखिए मेरा भी इंडिया है, आपका भी इंडिया है और हमारा ही इंडिया है। तो जो पैनोरामा है ये इस तरीके से किया गया है कि हमारे देश को दिखाया जाए, ये नहीं कि नॉर्थ सिर्फ या ईस्ट या वेस्ट या साउथ जी, पूरे देश के लिए है। तो इसीलिए मेरा इंडिया हमारा इंडिया जो टैगलाइन हमारे पैनोरामा के लिए है वो बहुत ही सही चीज़ है, क्योंकि हम लोग कभी डिस्क्रिमिनेट नहीं करते हैं कि आप कहाँ से आए हैं। हमारे लिए आप इंडियन हैं जो कनाडा में रहते हैं जी। हम सब कहीं से आए हैं और किसी लोगों ने इतनी अच्छी दोस्तियां बनाई हैं, इतने अच्छे दोस्त बने, इतना अच्छा टाइम हमारा गुजरा है इस देश में। इस देश ने हमारे को बहुत कुछ दिया है। हमने कभी ये नहीं देखा कि आप साउथ से हैं, नॉर्थ से हैं, ईस्ट से, वेस्ट में। यही बात हमेशा बोलता रहता हूँ, लेकिन असली चीज़ यही है कि हम इंडियन हैं। जैसे इंग्लिश में कहते हैं यू कैन टेक एन इंडियन आउट ऑफ इंडिया बट यू कैन नॉट टेक इंडियन आउट ऑफ द पर्सन। सो दैट्स एग्जैक्टली जो हम कहते हैं वो, इसलिए मेरा इंडिया हमारा इंडिया। सो ये एक किस्म ਦਾ ਸਲੋਗਨ ਵੀ ਆਪਾਂ ਕਹਿ ਸਕਦੇ ਹਾਂ, ਮਤਲਬ ਇੱਕ ਸਲੋਗਨ ਬਣਿਆ ਹੋਇਆ ਜਿਹਨੂੰ ਅਸੀਂ ਵਾਰ-ਵਾਰ ਜਿਵੇਂ ਇੱਕ ਨਾਰੇ ਦੇ ਤੌਰ ਤੇ ਵੀ ਅਸੀਂ ਯੂਜ਼ ਕਰ ਸਕਦੇ ਹਾਂ ਕਿ ਮੇਰਾ ਇੰਡੀਆ ਹਮਾਰਾ ਇੰਡੀਆ, ਸਭ ਦਾ ਇੰਡੀਆ। ਸੋ ਜੋ ਜਨਕ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਣਾ, ਤੁਹਾਡਾ ਵੀ ਇੱਕ ਉਹਦੇ ਵਿੱਚ ਇੱਕ ਅਹੁਦੇਦਾਰੀ ਦੇ ਤੌਰ ਤੇ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੋਈ ਹੈ। ਕਿਹੜੇ ਅਹੁਦੇ ਦੇ ਉੱਪਰ ਤੁਸੀਂ ਕੰਮ ਕਰ ਰਹੇ ਹੋ ਔਰ ਕਿੰਨੇ ਸਾਲ ਤੋਂ ਤੁਸੀਂ ਪੈਨੋਰਾਮਾ ਇੰਡੀਆ ਦੇ ਨਾਲ ਜੁੜੇ ਹੋਏ ਹੋ? सो पहली चीज़ तो ये कि पैनोरामा इंडिया जो है वो एक वॉलंटियर बोर्ड है। जितने भी लोग काम करते हैं किसी को पैसा नहीं मिलता है, ठीक है। हम लोग सब कुछ ना कुछ लाइफ में करते हैं, लेकिन हमने कहा है कि भारत हमारे देश के लिए कुछ करेंगे।
तो जब सुनीता जी जो हमारी को चेयर हैं और संजय जी जो हमारे को चेयर हैं दोनों, उन्होंने मेरे से कहा कि भाई हमारे को स्पॉन्सरशिप और फाइनेंस में थोड़ी मदद चाहिए जी। तो मैंने कहा क्यों नहीं, मैं एब्सोल्युटली मैं ज्वाइन करता हूँ आपके ग्रुप को। तो इस समय मैं एग्जीक्यूटिव डायरेक्टर फाइनेंस और स्पॉन्सरशिप हूँ इस ग्रुप के लिए। और मैं आपको ये कहना चाहता हूँ कि जो हमारे को सहानुभूति मिली है, जो हमारे को लोगों से सपोर्ट मिला है, वो मैंने कहीं नहीं देखा। मैं 3-4 और बोर्ड्स पे रहा हूँ, लेकिन जिस तरह ये बोर्ड चलता है और जिस तरह लोगों ने इसको अप्रिशिएट किया है, मैंने आज तक कहीं नहीं देखा। मैं इस बात के लिए सबको थैंक यू करना चाहता हूँ और कहना चाहता हूँ कि प्लीज़ हमारे को सपोर्ट करते रहिए, क्योंकि हम लोग जो हैं वो वॉलंटियर्स हैं। और ये जो शो आप देखने जा रहे हैं 15 और 16 तारीख को, ये प्योरली वॉलंटियर पे है। किसी ने एक पैसा नहीं लिया, किसी ने कुछ मांगा नहीं। और आप अगर देखो, हम लोगों ने घंटों काम किया है इसके ऊपर। हर हफ्ते जो है आप इमेजिन नहीं कर सकते कितना टाइम जाता है हमारा, बट इंजॉय करते हैं हम लोग। जनक जी, जो कौंसलेट जर्नल है जी, ਉਹ ਵੀ ਉਹਨਾਂ ਦਾ ਵੀ ਖਾਸ ਧਿਆਨ ਹੁੰਦਾ ਹੈ ਪੈਨੋਰਾਮਾ ਇੰਡੀਆ ਦੇ ਲਈ, ਮੈਂ ਦੇਖਿਆ, ਨੋਟ ਕੀਤਾ। ਔਰ ਜਿਹੜੇ ਕੌਂਸਲੇਟ ਜਰਨਲ ਆਪਣੇ वो भी शिरकत कर रहे हैं, वो भी संबोधन करने के लोगों को। जी, तो अपूर्वा जी जो है इस समय हमारी काउंसिल जनरल अपूर्वा श्रीवास्तव, उनकी हेल्प की बिना ये नहीं हो सकता था। देखिए, काउंसिल इसलिए है कि हम लोगों की मदद करें। मेरा इंडिया हमारा इंडिया जी। तो उनका भी इंडिया है और वो इंडिया के तरफ से हैं। तो उन्होंने जो हमारी सपोर्ट करी है 26 जनवरी और 15 अगस्त के लिए, क्योंकि ये हमारे 2 बड़े इवेंट्स होते हैं साल में, एक रिपब्लिक डे, एक इंडिपेंडेंस डे। और जो इज्जत हमारे को मिलती है उस टाइम पे, आप इमेजिन भी नहीं कर सकते। तो जो काउंसिल जनरल हैं, जो हमारे एम्बेसडर साहब हैं, ये बहुत सपोर्ट करते हैं। और इस साल जो आप देखेंगे वो है प्योर डिजिटल, क्योंकि हम लोगों को स्क्वायर में तो ला नहीं सकते। 50 लोग से ज़्यादा, 100 लोग से ज़्यादा एक जगह में इकट्ठे नहीं हो सकते। तो सारा आइडिया ही डिजिटल था। और जो उनकी सपोर्ट, जिस तरह उन्होंने हमारी हेल्प करी, जो इन्फॉर्मेशन हमारे को इंडिया से मिली, जो टेप्स और जो उनका जो पुश था, इनक्रेडिबल। सो ਜਦੋਂ ਪੈਨੋਰਾਮਾ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ, ਕੌਂਸਲੇਟ ਜਨਰਲ ਵੀ ਕਿਉਂਕਿ ਹੁਣ ਭਾਰਤ ਨੂੰ ਹੀ ਇੱਕ ਰਿਪਰੈਜ਼ੈਂਟ ਕਰਦੇ ਆ, ਸਾਡੇ ਐਂਬੈਸਡਰ ਇੱਥੋਂ ਦੇ। ਸੋ ਥੋੜਾ ਜਿਹਾ ਮੈਂ ਵੀ ਜਾਣਨਾ ਚਾਹਣਾ, ਜਿਹੜੀ ਸਾਡੀ ਭਾਰਤ ਸਰਕਾਰ ਹੈ, ਉਹਨਾਂ ਵੱਲੋਂ ਵੀ ਤੁਹਾਨੂੰ ਸਪੋਰਟ ਮਿਲਦੀ ਹੈ? ਫਿਰ क्यों नहीं मिलती है, क्यों नहीं? फाइनेंशियली तो नहीं, मतलब आप कह नहीं सकते कि फाइनेंशियल, हाँ उनके डिफरेंट ग्रुप्स हैं जो हमारी हेल्प करते हैं। क्योंकि आप इमेजिन कर सकते हैं कि एक डिजिटल शो भी अगर करना है तो उसके लिए आपको हाई क्वालिटी चाहिए, तो उसमें भी आपको कॉस्ट लगती है। HD होना चाहिए, 4K होना चाहिए। HD गया तो 4K हो गया। लेकिन उसके बाद जो लोगों ने इतनी मेहनत करी है, जो लोगों ने फ्लोट बनाए हैं अपने अपने स्टेट्स के, उनको सबको साथ लगाना, सारे इंटरव्यूज लेना करना, प्रोफेशनल्स की जरूरत होती है। तो उसका थोड़ा कॉस्ट होता है जी, चाहे वो थोड़ा ही है। लेकिन हम लोग सारे वॉलंटियर्स हैं, हमारे पास पैसा नहीं है। तो जो कम्युनिटी ने पैसा दिया, जो थोड़ा बहुत हमारे को हेल्प किया, काउंसिल जनरल ने, उससे ही प्रोग्राम जो है वो हम कर रहे हैं। सो बेसिकली वो भारत सरकार का ही है। बिल्कुल। सो ਜਿਹੜੇ ਇਸ ਵਾਰ ਹਾਈਲਾਈਟਸ ਹੈ, ਉਹਨਾਂ ਬਾਰੇ ਥੋੜਾ ਜਿਹਾ ਦੱਸੋ ਕਿ ਕਿਸ ਤਰ੍ਹਾਂ ਦੇ ਹਾਈਲਾਈਟਸ ਰਹਿਣਗੇ। ਕਿਉਂਕਿ ਹਾਈਲਾਈਟਸ ਦਾ ਮਤਲਬ ਹੈ ਕਿ ਵੀ ਅੱਗੇ ਜਿਹੜੀਆਂ ਆਪਾਂ ਝਾਕੀਆਂ ਦੇਖਦੇ ਹੁੰਦੇ ਸੀ ਕਿ ਝਾਕੀ ਜਾ ਰਹੀ ਹੈ, MP ਦੀ ਝਾਕੀ ਜਾ ਰਹੀ ਹੈ, ਫਿਰ ਉਸ ਤੋਂ ਬਾਅਦ ਬਿਹਾਰ ਦੀ ਹੈ, ਰਾਜਸਥਾਨ ਹੈ, ਪੰਜਾਬ ਹੈ, ਹਰਿਆਣਾ, ਮਹਾਰਾਸ਼ਟਰ। सो इस बारी ਜਿਹੜੇ हाइलाइट्स वो किस तरह ਜਿਹੜੇ पेश किए जाएंगे? सो हमने क्या किया कि जो हमारे सपोर्टर्स थे पिछले सालों में, जो झांकियां करते थे, उनके साथ हम लोगों ने एक कॉन्फ्रेंस कॉल किया, क्योंकि मिल तो सकते नहीं हैं। और सबको ये बोला कि आपके पास 10 से 15 मिनट हैं अपने स्टेट को दिखाने के लिए जी। और ये सब वर्चुअल होना चाहिए। इन अदर वर्ड्स कि जो कुछ भी ये लोग दिखा रहे हैं सारा टेप पे होना चाहिए। तो लोगों ने इतनी मेहनत करी है, डांसर्स अपना स्टेट को दिखाने के लिए। 28 स्टेटों से हमारे पास नॉमिनेशंस आई हैं। आज तक कभी ये नहीं हुआ कि हमारे पास 28 झांकियां हो दिखाने के लिए। तो इस बार 28 हैं। अमेजिंग। तो मैं आपको बताऊं, 12 घंटे की प्रोग्रामिंग है जो 15 और 16 अगस्त को हम लोग दिखाएंगे। लेकिन उससे पहले 10 अगस्त से 14 अगस्त तक 4 दिन जो है हमारे पास कॉम्पिटिशन्स हैं। और रोज 6:30 बजे अगर आप हमारे फेसबुक पेज पे जाएं, वहां पर लाइव होगा। अनाउंस कर दो प्लीज, वो भी ना। हाँ जी, पैनोरामा इंडिया का जो फेसबुक पेज है, प्लीज गो टू द फेसबुक पेज पैनोरामा इंडिया, और आप वहां पर देख सकते हैं कि 6:30 बजे रोज शाम को 10 अगस्त से लेके 14 अगस्त तक और 15 और 16 अगस्त पूरा दिन हमारा प्रेजेंटेशन होगा। और हर दूसरे संडे को हमारा नमस्ते लाइव प्रोग्राम होता है, जिसमें हम लोकल आर्टिस्ट को लेके आते हैं।
जो लाइक जो छोटे बच्चे से लेके एक सीनियर सिटीजन तक आके अपना हुनर पेश कर सकते हैं। हुनर मतलब चाहे आप आर्टिस्ट हैं, चाहे आप सिंगर हैं, चाहे आप डांसर हैं, जो भी आपका टैलेंट है वो आप पेश कर सकते हैं। लेकिन 10 अगस्त से 14 अगस्त हमारे 6:30 बजे रोज़ शाम को एक नया कॉन्टेस्ट होगा और 15 और 16 तारीख को ये झांकियाँ दिखाई जाएंगी। सबसे मजे की चीज़ ये है कि आज तक जो ये होता था कि जजेस होते थे और जजेस डिसाइड करते थे कि कौन सी झांकी जीतेगी। मैं आपको गारंटी करता हूँ इस दफ़ा हमने थोड़ा चेंज किया है और चेंज ये है कि 50% वोट्स जो हैं वो सिर्फ जजेस के होंगे और 50% वोट्स जो हैं वो आपके होंगे। आप दर्शकों के वोट काउंट किए जाएंगे। तो इसलिए हम चाहते हैं कि आप दर्शक देखें और वोट करें और हम आप उसके बाद विनर्स को अनाउंस करेंगे, फर्स्ट, सेकंड और थर्ड प्राइज। सो ਜਿਹੜਾ ਇੱਕ ਬੱਚਿਆਂ ਨੂੰ ਲੈ ਕੇ ਤੇ ਫੈਮਿਲੀ ਨੂੰ ਲੈ ਕੇ ਅੱਗੇ ਰਹਿੰਦੇ ਸੀ ਨਾ ਵੀ ਇਹ ਬੱਚਿਆਂ ਦਾ ਪ੍ਰੋਗਰਾਮ ਅਲੱਗ ਹੈ, ਫੈਮਿਲੀ ਦਾ ਜਿਹੜੇ ਅਲੱਗ ਹੈ ਨਾ, ਪਰ ਇਸ ਵਾਰੀ ਇਹ ਦੇਖਣ ਤੇ ਸੁਣਨ ਨੂੰ ਆ ਰਿਹਾ ਹੈ ਕਿ ਵੀ ਪੈਨੋਰਾਮਾ ਇੰਡੀਆ ਦੇ ਵਿੱਚ ਪਹਿਲੀ ਵਾਰੀ ਸ਼ਾਇਦ ਕਿ ਬੱਚਿਆਂ ਤੇ ਫੈਮਿਲੀ ਦਾ ਜਿਹੜਾ ਆਪਸ ਦੇ ਵਿੱਚ ਕਨੈਕਸ਼ਨ ਕੀਤਾ ਜਾ ਰਿਹਾ, ਉਹ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ? ये आपको देखना पड़ेगा, ये मजा आएगा देख के। लेकिन जो मैं आपसे सच बोलूं, जो झांकियां जो प्रेजेंट कर रहे हैं, मैं झांकियां हमेशा कहता हूं लेकिन ये स्टेट्स जो प्रेजेंट कर रहे हैं इन्होंने बहुत मेहनत करी है। बच्चों से लेके मिड एज से लेके सीनियर से लेके आप देखिए सारा टैलेंट मिला हुआ है जी। इस समय कोविड के टाइम हम लोग सब अपने ग्रैंड पेरेंट्स और बच्चों के साथ घर में हैं और जो हमारी बॉन्डिंग है इस समय बच्चों के साथ, पेरेंट्स के साथ, ग्रैंड पेरेंट्स के साथ, फैमिली के साथ, मेरे ख्याल से आज तक कभी भी नहीं हुई। और यही बॉन्डिंग आप देखेंगे हमारे पैनोरामा इंडिया में कि किस तरह लोगों ने पूरी शिद्दत के साथ, मेहनत के साथ ये सब प्रेजेंट किया है। अगर कोई जनक जी कोई परफॉर्मेंस देनी चाहता है, क्योंकि बहुत सारे दर्शकों ਨੂੰ ਹੁਣ ਪਤਾ ਲੱਗਿਆ ਕਿ ਪੈਨੋਰਾਮਾ ਇੰਡੀਆ ਕੇ ਇਸ ਤਰ੍ਹਾਂ ਦੀ ਸੰਸਥਾ ਔਰ ਇਸ ਤਰ੍ਹਾਂ ਦੀ ਇੱਕ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੇ ਭਾਰਤ ਦੇ ਪ੍ਰਤੀ ਆਪਣੇ ਭਾਵਨਾਵਾਂ ਨੇ, ਸ਼ੁੱਧ ਭਾਵਨਾ ਤੁਸੀਂ ਪ੍ਰਗਟ ਕਰ ਸਕਦੇ ਹੋ। ਸੋ ਜਿਹੜੇ ਲੋਕ, ਜਿਹੜੇ ਦਰਸ਼ਕ ਹੁਣ ਪ੍ਰੋਗਰਾਮ ਆਪਣਾ ਦੇਖ ਰਹੇ ਆ, ਜੇ ਅਗਰ ਉਹਨਾਂ ਨੇ ਕੋਈ ਪਰਫਾਰਮੈਂਸ ਦੇਣੀ ਚਾਹੁੰਦੇ ਆ ਜਾਂ ਦੇਣਾ ਚਾਹੁੰਦੇ ਆ ਜਾਂ ਉਹਨਾਂ ਕੋਲੇ ਕੋਈ ਟੈਲੈਂਟ ਹੈ ਤਾਂ ਕੀ ਉਹ ਹੁਣ ਆਪਣੇ ਆਪ ਨੂੰ ਤੁਹਾਡੇ ਤੱਕ अपनी परफॉर्मेंस भेज सकते हैं, ज्वाइन कर सकते हैं? सो इस समय 15 और 16 अगस्त की जो परफॉर्मेंसेज हैं वो तो सारी तैयार हो गई हैं, सब कुछ सेट हो गया। लेकिन हमारा नमस्ते लाइव का जो प्रोग्राम होता है उसमें आप डेफिनेटली आ सकते हैं। तो मैं ये चाहता हूँ कि अगर आप इंटरेस्टेड हैं तो प्लीज़ info@panoramaindia.org info@panoramaindia.org पे हमारे को ईमेल कीजिए एंड आई प्रॉमिस यू कि आपको कोई ना कोई जवाब देगा और आपको बताएगा किस तरह ये सब सेटअप हो सकता है। सो हम चाहते हैं कि आपकी पार्टिसिपेशन नमस्ते लाइव में हो, क्योंकि वो जो चीज़ है वो हम कंटिन्यू कर रहे हैं। मतलब वो कितने सालों से वो कंटिन्यू चल रहा है? इस साल शुरू किया हम लोगों ने, क्योंकि हमने देखा कि लोग जो थे घर में बैठे थे, कुछ कर नहीं रहे थे, थोड़ा सा कल्चरल, थोड़ा सा म्यूजिक, इंफॉर्मेशन, वो तो ये अभी शुरू हुआ है और हर 2 हफ्ते से हमने शुरू किया है ये जून में और हर 2 हफ्ते फेसबुक लाइव पे आ जाता है। तो किस तरह का रिस्पांस मिल रहा है उसमें? अनबिलीवेबल रिस्पांस। हमने शुरू किया तो पहले शो में मेरे ख्याल से 200 या 250 लोग थे और इस समय 3 से 4 हज़ार लोग लॉग इन करते हैं। बहुत अच्छा। तो आप इमेजिन कर सकते हैं किस तरह ग्रो कर रहा है। तो सारे का सारा लोकल टैलेंट है? सारा लोकल टैलेंट है। मतलब जैसे साडा नॉर्थ अमेरिका का जो लोकल टैलेंट नहीं, कनेडियन टोरंटो का इस समय टोरंटो का टैलेंट है। और इस समय जो हमारे पास लोगों ने जो चीज़ें भेजी हैं वो इंडिया से लेके मिडिल ईस्ट से लेके आप इमेजिन नहीं कर सकते, यूएस, थाईलैंड, इधर उधर से सारी दुनिया से हमारे पास लोगों ने चीज़ें भेजी हैं जो हम 15 और 16 तारीख को प्रेजेंट करेंगे। सो जनक जी, पैनोरामा इंडिया ਦੇ ਨਾਲ ਅਸੀਂ ਇਸ ਵਾਰੀ ਪਹਿਲੀ ਵਾਰੀ ਅਸੀਂ ਕੋਲੈਬੋਰੇਟ ਕਰ ਰਹੇ ਹਾਂ, ਕਿਉਂਕਿ ਵਿਜ਼ਨ ਪੰਜਾਬ ਟੀਵੀ ਐਜ਼ ਅ ਮੀਡੀਆ ਪਾਰਟਨਰ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਮੋਢਾ ਜੋੜ ਕੇ ਚੱਲਾਂਗੇ। ਲੇਕਿਨ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਸਾਡੀ ਖੁਸ਼ਕਿਸਮਤੀ ਰਹੇਗੀ ਕਿ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਔਰ ਜਿੰਨੇ ਵੀ ਤੁਹਾਡੇ ਇਵੈਂਟਸ ਹੋਣਗੇ ਕਿਸੇ ਕਿਸਮ ਦੀ ਕੋਈ ਤੁਸੀਂ ਪ੍ਰਮੋਟ ਕਰਨਾ ਚਾਹੁੰਦੇ ਆ, ਪ੍ਰਮੋਸ਼ਨ ਤਾਂ ਨਹੀਂ ਹੁੰਦੀ ਕਿਉਂਕਿ ਤੁਸੀਂ ਵੀ ਤਾਂ ਵਲੰਟੀਅਰ ਕਰ ਰਹੇ ਆ ਔਰ ਅਸੀਂ ਵੀ ਵਲੰਟੀਅਰ ਕਰ ਰਹੇ ਹਾਂ ਤੁਹਾਡੇ ਨਾਲ, ਔਰ ਤੁਹਾਡਾ ਮੈਸੇਜ ਇਸ ਪਲੇਟਫਾਰਮ ਦੇ ਜ਼ਰੀਏ ਦਰਸ਼ਕਾਂ ਤੱਕ ਜਿਹੜਾ ਪਹੁੰਚਦਾ ਹੋ ਜਾਏ, ਇਦੋਂ ਵੱਡੀ ਸਾਡੇ ਲਈ ਖੁਸ਼ੀ ਨਹੀਂ ਹੈ। ਔਰ ਅਸੀਂ ਹਮੇਸ਼ਾ ਇਸ ਚੀਜ਼ ਦੇ ਅਸੀਂ ਖੁਸ਼ਗਵਾਰ ਵੀ ਹਾਂ ਔਰ ਰਿਣੀ ਵੀ ਹਾਂ ਤੁਹਾਡੇ ਕਿ ਤੁਸੀਂ ਸਾਨੂੰ ਮੌਕਾ ਦਿੱਤਾ। ਜਨਕ ਜੀ, ਮੈਂ ਇਸ ਤੋਂ ਪਹਿਲਾਂ ਕਿ ਹੋਰ ਤੁਹਾਡੇ ਤੋਂ ਮੈਸੇਜ ਲਵਾਂ ਕਿ ਸਾਡੇ ਭਾਰਤੀਆਂ ਦੇ ਲਈ ਜੋ ਕਿ ਸਾਡੇ ਅਮਰੀਕਾ ਦੇ ਵਿੱਚ ਬੈਠੇ ਆ, ਕੈਨੇਡਾ ਦੇ ਵਿੱਚ ਬੈਠੇ, ਜਿਹੜਾ ਵੀ ਪ੍ਰੋਗਰਾਮ ਸਾਡਾ ਦੇਖ ਰਹੇ ਨੇ, ਉਹ ਮੈਸੇਜ ਵੀ ਤੁਹਾਡੇ ਤੋਂ ਲੈਣਾ। ਕੁਝ ਹੋਰ ਤੁਸੀਂ ਇਜ਼ਾਫਾ, ਕੁਝ ਹੋਰ ਦੱਸਣਾ ਚਾਹੁੰਦੇ ਜਿਹੜਾ ਕਿ ਮੈਂ ਨਹੀਂ ਤੁਹਾਨੂੰ ਪੁੱਛ ਸਕਿਆ?
बस मैं ये कहूँगा कि प्लीज़ पार्टिसिपेट कीजिए, क्योंकि ये जो प्रोग्राम है ये आप लोगों के लिए है, ये आपके देशवासियों ने प्रेजेंट किया है। मैं चाहता हूँ कि जितनी आप पार्टिसिपेशन कर सकते हैं, चाहे वो देखने के लिए हो, या आप कुछ करना चाहते हैं उसके ऊपर, या इवन आप स्पॉन्सर बनना चाहते हैं, प्लीज़ गो अहेड डू दैट। मैं चाहता हूँ कि जितने लोग पार्टिसिपेट करेंगे उतना ही स्ट्रॉन्ग होगा। देखिए, हम लोग 2.5 लाख लोग जो हैं वो लोकल ला सकते हैं स्क्वायर में, आप लोगों ने देखा है पिछले सालों से। लेकिन ये जो मीडियम है डिजिटल मीडिया का, ये तो मिलियंस ऑफ लोगों के लिए है, सिर्फ कनेडियंस के लिए नहीं, सिर्फ यूएस के लिए नहीं, तो सारी दुनिया में लोग देख सकते हैं। तो इससे बड़ा प्लेटफॉर्म क्या हो सकता है? और ये फ्यूचरिस्टिक है, अगर आप देखें तो ये नेक्स्ट लेवल है, नेक्स्ट जनरेशन। अब अगर अपने बच्चों से पूछो टीवी पे चीज़ देखो, तो यू नो ठीक है टीवी, लेकिन उनको बोलो आप अपने फ़ोन पे देख लो, 1 मिनट में देख लेंगे। तो यही हमारा विजन है कि हम जो चाहते हैं कि जो हमारा फ्यूचर जनरेशन है वो अपने देश को ना भूले, अपनी जड़ों को ना भूले, अपने सभ्याचार को ना भूले। दैट्स राइट। ਸੋ ਇੱਕ ਜ਼ਿਹਨ 'ਚ ਸਵਾਲ ਵੈਸੇ ਹੀ ਆ ਰਿਹਾ ਕਿ ਜਦੋਂ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ, ਸਾਡੇ ਵਿਜ਼ਨ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਸਾਡੀਆਂ ਭਾਸ਼ਾਵਾਂ ਨੇ ਉਹਨਾਂ ਦੀ ਗੱਲ ਕਰਦੇ ਹਾਂ, ਕਿਉਂਕਿ ਸਾਨੂੰ ਵੀ ਹੁੰਦਾ ਕਿ ਸਾਡੇ ਬੱਚੇ ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਸਿੱਖਿਆ, ਉਹ ਸੰਸਕਾਰ ਹੈ ਜਿਹੜੇ ਉਹਨਾਂ ਨੂੰ ਬੱਚਿਆਂ ਨੂੰ ਵੀ ਪਹੁੰਚਣ। ਤਾਂ ਉਹਦੇ ਲਈ ਪੈਨੋਰਾਮਾ ਇੰਡੀਆ ਕੋਈ ਰੈਗੂਲਰ ਬੇਸ ਤੇ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਂ ਕੋਈ ਸੈਮੀਨਾਰਸ ਬੱਚਿਆਂ ਦੇ ਸੰਬੰਧਿਤ ਕੁਝ ਇਸ ਤਰ੍ਹਾਂ ਦੇ ਲਗਾਉਂਦੀ ਹੈ? सो अभी तो हमने ये शुरू किया है, यू नो, नमस्ते लाइव और ये सब डिजिटल, और आप लोगों की अगर दुआ रही और आप लोगों का प्यार रहा तो गारंटीड हम लोग इस रेल में भी घुसेंगे जहाँ पर हम लोग और तरीके की चीज़ें करना चाहेंगे बच्चों के साथ, सीनियर्स के साथ। मैं आपको एक छोटा एग्जांपल देता हूँ। इंटरनेशनल योगा डे हुआ तो हम लोगों ने पैनोरामा की तरफ से 3 सेगमेंट किए बहुत बड़े। अच्छा। एक जो प्योरली बच्चों के लिए था, एक, और उसमें हमारी एक टीचर हैं ब्रैम्पटन के स्कूल से, वो आई मिस निकी ढिलन, उन्होंने आके इतना सुंदर बच्चों के लिए योगा किया। उसके बाद हमारा सेगमेंट था मिड एज लोगों के लिए, यू नो, जो 30+, और एक और प्रोग्राम था बाद में जो सीनियर्स के लिए था। अच्छा। तो आप इमेजिन कीजिए, ये हमारे टेस्ट सॉर्ट ऑफ प्रोग्राम्स हैं जिनको अगर रिस्पांस अच्छा मिला, जिस तरह हमारे को योगा डे के लिए रिस्पांस मिला, अगर ये हमारे को जिस तरह का रिस्पांस मिला वो मिलता रहा और आपकी सहानुभूति मिलती रही, तो गारंटीड और प्रोग्राम आते रहेंगे, क्योंकि पैनोरामा इंडिया रुकना नहीं चाहता है। ये चाहता है कि होता रहे। ਜਿਵੇਂ 31 ਸਾਲ ਤੋਂ ਤੁਸੀਂ ਇੰਨੀ ਮਿਹਨਤ ਔਰ ਮਸ਼ੱਕਤ ਕਰ ਰਹੇ ਹੋ, ਸ਼ਿੱਦਤ ਦੇ ਨਾਲ ਇੱਕ ਵਲੰਟੀਅਰ ਤੌਰ ਤੇ ਤੁਸੀਂ ਲੱਗੇ ਹੋਏ ਹੋ, ਔਰ ਮੈਨੂੰ ਲੱਗਦਾ ਕਿ ਵੀ ਇਹ ਰੁਕੇਗਾ ਵੀ ਨਹੀਂ। ਔਰ ਮੈਂ ਚਾਹੁੰਦਾ ਕਿ ਸਾਡੇ ਬੱਚਿਆਂ ਨੂੰ, ਜਿਵੇਂ ਤੁਸੀਂ ਕਲਚਰ ਦੀ ਗੱਲ ਕੀਤੀ ਹੈ, ਸੱਭਿਅਤਾ ਦੀ ਗੱਲ ਕੀਤੀ ਹੈ, ਭਾਸ਼ਾਵਾਂ ਦੀ ਗੱਲ ਕੀਤੀ ਹੈ, ਉਹ ਪੈਨੋਰਾਮਾ ਇੰਡੀਆ ਇੱਕ ਅਜਿਹੀ ਸੰਸਥਾ ਅਜਿਹਾ ਪਲੇਟਫਾਰਮ ਉੱਪਰ ਕੇ ਸਾਹਮਣੇ ਆਵੇ ਕਿ ਆਪਣੇ ਬੱਚਿਆਂ ਨੂੰ ਸਾਡੀਆਂ ਜਿਹੜੀਆਂ ਰਹੁ ਰੀਤਾਂ ਹੈ, ਸਾਡੇ ਸੰਸਕਾਰ ਹੈ, ਉਹਨਾਂ ਨੂੰ ਮਿਲਦੇ ਜਾਣ। ਸੋ ਇਸ ਤੋਂ ਪਹਿਲਾਂ ਹੋਰ ਤੁਸੀਂ ਇੱਕ ਮੈਸੇਜ ਦੇਣਾ ਕਿ ਜਿਹੜਾ ਕਿ ਕੌਂਸਲੇਟ ਜਨਰਲ ਵੱਲੋਂ ਵੀ ਔਰ ਪੈਨੋਰਾਮਾ ਵੱਲੋਂ ਵੀ ਹੈ, ਤਾਂ ਇੱਕ ਇਹ ਆਪਣਾ ਜੋ ਫੇਸਬੁੱਕ ਦਾ ਪੇਜ ਅਨਾਉਂਸ ਕਰ ਦਿਓ ਜੀ, ਡੇਟਸ ਅਨਾਉਂਸ ਕਰ ਦਿਓ, और अपनी साइट भी जरूर अनाउंस कर दो कित्थे जाके तुहाडे नाल संपर्क किया जा सकता जी। तो फेसबुक पे जाइए और टाइप कीजिए पैनोरामा इंडिया, ये हमारा फेसबुक पेज है। हमारी वेबसाइट है panoramaindia.org, रिपीट panoramaindia.org। और इंस्टाग्राम और उस पर तो आप पोस्ट कीजिए अगर आपको कुछ मिले। तो मैं ये कहता हूँ कि प्लीज़ आप आइए, चेक कीजिए। 15 तारीख 16 तारीख अगस्त की बहुत बड़े दिन हैं, आपको पता है। 15 तारीख हमारी इंडिपेंडेंस डे है, 74th इंडियन इंडिपेंडेंस डे, और उसके बाद पैनोरामा के पेज पे आइए और वहाँ पर आप अपने ये शो देखिए। और 16 तारीख को सेकंड पार्ट उस शो का, क्योंकि वहाँ पर 12 घंटे की प्रोग्रामिंग है, एक दिन में तो दिखाई नहीं जा सकती, इसलिए हमने उसको ब्रेक डाउन किया हुआ है 2 दिन में। सो 15 तारीख और 16 तारीख को पूरा दिन 12 बजे के बाद आप आ सकते हैं। बहुत बहुत शुक्रिया जैनक जी, ਤੁਸੀਂ ਸਟੂਡੀਓ ਦੇ ਵਿੱਚ ਆ ਕੇ ਪੈਨੋਰਾਮਾ ਇੰਡੀਆ ਦੇ ਬਾਰੇ ਚਰਚਾ ਕੀਤੀ, ਉਹ ਦੱਸਿਆ ਵੀ ਆ ਅਸਲ ਦੇ ਵਿੱਚ ਹੈ ਕੀ ਹੈ ਪੈਨੋਰਾਮਾ ਇੰਡੀਆ। ਔਰ ਸਾਡੇ ਕੌਂਸਲੇਟ ਜਨਰਲ ਵੱਲੋਂ, ਮਾਨਯੋਗ ਕੌਂਸਲੇਟ ਜਨਰਲ ਵੱਲੋਂ ਵੀ ਤੁਸੀਂ ਇੱਕ ਨੁਮਾਇੰਦੇ ਦੇ ਤੌਰ ਤੇ, ਰਿਪਰੈਜ਼ੈਂਟੇਟਿਵ ਤੌਰ ਤੇ ਤੁਸੀਂ ਅੱਜ ਦਰਸ਼ਕਾਂ ਦੇ ਰੂਬਰੂ ਹੋਏ ਆ, ਉਹਦੇ ਲਈ ਅਸੀਂ ਵੀ ਆਭਾਰੀ ਹਾਂ ਤੁਹਾਡੇ। ਔਰ ਪੈਨੋਰਾਮਾ ਦੇ ਇੰਡੀਆ ਦੇ ਨਾਲ ਸਾਨੂੰ ਇੱਕ ਗਠਬੰਧਨ ਦੇ ਤੌਰ ਤੇ ਕਹਿ ਲਓ ਕਿ ਅਸੀਂ ਜਿਹੜਾ ਮੀਡੀਆ ਪਾਰਟਨਰ ਦੇ ਤੁਹਾਡੇ ਨਾਲ जुड़े हैं, तो ਉਹਦੇ ਲਈ ਅਸੀਂ ਵੀ ਮਾਣ प्राप्त कर रहे हैं। थैंक यू जी। और आपका प्यार और आपका जो क्या कहते हैं
सहयोग है वो हमारे को चाहिए बस। थैंक यू। ਸੋ ਸ਼ੁਕਰੀਆ ਦਰਸ਼ਕੋ ਤੁਹਾਡਾ ਵੀ, ਔਰ ਇਸੇ ਤਰੀਕੇ ਦੇ ਨਾਲ ਵਿਜ਼ਨ ਪੰਜਾਬ ਟੀਵੀ ਦੇਖਦੇ ਰਹੋ, ਔਰ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਜੋ ਕਿ ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਕਰਦੇ ਹਾਂ। ਔਰ ਇਸ ਪ੍ਰੋਗਰਾਮ ਦਾ ਜੋ ਸਮਾਂ ਹੁੰਦਾ ਉਹ 7 ਤੋਂ 8 ਹੋਇਆ ਕਰਦਾ ਹੈ। ਔਰ ਪੈਨੋਰਾਮਾ ਇੰਡੀਆ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਵਿਜ਼ਨ ਪੰਜਾਬ ਟੀਵੀ ਐਜ਼ ਏ ਮੀਡੀਆ ਪਾਰਟਨਰ ਦੇ ਤੌਰ ਤੇ ਅਸੀਂ ਇਹਨਾਂ ਦੇ ਨਾਲ ਸ਼ਿਰਕਤ ਕਰ ਰਹੇ ਹਾਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਪਰਮਾਤਮਾ ਨੇ ਚਾਹਿਆ ਤਾਂ ਅਸੀਂ ਭਾਰਤ ਦੇ ਲਈ ਐਜ਼ ਏ ਵਲੰਟੀਅਰ ਇਸ ਟੀਵੀ ਨੂੰ, ਵਿਜ਼ਨ ਪੰਜਾਬ ਟੀਵੀ ਨੂੰ ਪੂਰੀ ਟੀਮ ਦੇ ਸਹਿਯੋਗ ਦੇ ਨਾਲ ਅਸੀਂ ਪੈਨੋਰਾਮਾ ਇੰਡੀਆ ਜੋ ਕਿ ਭਾਰਤ ਦੇ ਲਈ ਜਿਹੜੇ 2 ਦਿਨ ਮਨਾਏ ਜਾਂਦੇ ਆ ਉਹਨਾਂ ਲਈ ਅਸੀਂ ਵੀ ਸ਼ਿਰਕਤ ਕਰਿਆ ਕਰਾਂਗੇ। ਸੋ ਬਹੁਤ ਬਹੁਤ ਸ਼ੁਕਰੀਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਵਸਦੇ ਰਹੋ, ਖੁਸ਼ੀਆਂ ਮਾਣੋ, ਔਰ ਸ਼ਬ ਬਖੈਰ।